हाँ जी, सब मिल के बोलिए, परमेश्वर की आवाज आओ परमेश्वर की आवाज नूं की करिए, सुनिए। आओ परमेश्वर की आवाज नूं की करिए, सुनिए। ਉਹਨੇ आवाज कैसी मारी सी, ਉਹਨੇ ਕੀ ਆਖਿਆ ਸੀ ਆਵਾਜ਼ ਦੇ ਕੇ, ਔਰ ਸਾਨੂੰ ਕੀ ਸਮਝਾਉਣਾ ਕੀਤਾ ਸੀ। ਉਹਦਾ ਪਹਿਲਾ ਨੰਬਰ ਕੀ ਸੀ? ਬੁੱਧਵਾਨ ਆਪਣੀ ਬੁੱਧ ਤੇ ਬੁੱਧਵਾਨ ਆਪਣੀ ਬੁੱਧ ਤੇ मान ना करे। ਬੁੱਧਵਾਨ ਆਪਣੀ ਬੁੱਧ ਤੇ मान ना करे। ਜਦ ਇਨਸਾਨ ਆਪਣੀ ਬੁੱਧ ਤੇ ਮਾਣ ਕਰਦਾ, ਆਪਣੀ ਜ਼ਿੰਦਗੀ ਦੇ ਵਿੱਚ ਗਲਤ ਫੈਸਲੇ ਲੈਣੇ ਚਾਲੂ ਕਰ ਦਿੰਦਾ, ਉਹਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਬੁੱਧ ਤੇ ਅਤਬਾਰ ਕਰਨਾ ਨਹੀਂ। ਗਲਤ ਫੈਸਲੇ ਲੈਣੇ ਨਹੀਂ। ਇਹ ਪਹਿਲਾ ਸੀ ਨੰਬਰ। ਕਿਸੇ ਵੀ ਇਨਸਾਨ ਨੇ, ਕਿਸੇ ਵੀ ਮੇਰੀ ਭੈਣ ਨੇ ਆਪਣੀ ਬੁੱਧ ਤੇ ਮਾਣ ਕਰਨਾ ਨਹੀਂ ਕਰਨਾ। ਨੰਬਰ 2 ਕੀ ਦੱਸਿਆ ਗਿਆ ਸੀ? ਬਲਵਾਨ ਜਿਹੜਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੈ, ਉਹਨੂੰ ਵੀ ਆਪਣੀ ਤਾਕਤ ਤੇ ਮਾਣ ਕਰਨਾ। ਜੇ ਮਾਣ ਕਰਨਾ ਤੇ ਕਦੇ ਤੇ ਕਰੇ, ਕਦੇ ਤੇ ਮਾਣ ਕਰੇ ਪਰਮੇਸ਼ਰ ਤੇ। ਪਰਮੇਸ਼ਰ ਤੇ। ਨੰਬਰ 3 ਕੀ ਸੀ? ਧੰਨਵਾਨ ਵੀ ਆਪਣੇ ਧਨ ਤੇ ਮਾਣ ਨਾ ਕਰੇ, ਕਿਉਂਕਿ ਅਨੇਕ ਪ੍ਰਕਾਰ ਦੇ ਪਾਪ, ਬਹੁਤੇ ਪਾਪ ਲੋਕ ਪੈਸੇ ਦੇ ਜ਼ਰੀਏ ਕਰਦੇ ਆ। ਇਸ ਕਰਕੇ ਧਨ ਤੇ ਮਾਣ ਨਹੀਂ ਕਰਨਾ। ਮਾਣ ਕਰੋ ਪਰ ਉਹਦਾ ਗਲਤ ਉਪਯੋਗ ਨਹੀਂ ਕਰਨਾ, ਉਹਦਾ ਗਲਤ ਉਪਯੋਗ ਨਹੀਂ ਕਰਨਾ, ਉਹਦੀ ਗਲਤ ਵਰਤੋਂ ਨਹੀਂ ਕਰਨੀ। ਇਹ 3 ਕਾਰਨ ਤੁਹਾਨੂੰ ਦੱਸੇ ਗਏ ਸੀ, ਇਹਨਾਂ ਤੇ ਤੁਸੀਂ ਅਮਲ ਕਰਨਾ ਹੈ, ਚੱਲਣਾ ਵੀ ਹੈ। ਮੇਰਾ ਸੁਣਨਾ ਹੀ ਨਹੀਂ ਹੈ, ਸਗੋਂ ਇਸ ਉੱਤੇ ਚੱਲਣ ਵਾਲੇ ਬਣ ਜਾਣਾ ਹੈ। ਇਸ ਵਚਨ ਨੂੰ ਹਿਰਦੇ ਵਿੱਚ ਰੱਖਣਾ ਹੈ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਵਚਨ ਵੇਖਾਂਗੇ ਪਰਮੇਸ਼ਰ ਦਾ ਵਚਨ ਕੀ ਸਮਝਾਉਣਾ ਕਰਦਾ ਹੈ। ਜੋ ਇਨਸਾਨ ਦੇ ਅੰਦਰ ਹੈ ਸੋ ਬਾਹਰ ਹੁੰਦਾ ਹੈ। ਜੋ ਇਨਸਾਨ ਦੇ ਅੰਦਰ ਹੈ ਸੋ ਬਾਹਰ ਹੁੰਦਾ ਹੈ। ਉਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ? ਬੜੇ ਧਿਆਨ ਦੇ ਕੇ ਵਚਨ ਨੂੰ ਸੁਣਨਾ ਹੈ। ਪਹਿਲੋਂ ਸਭ ਮਿਲ ਕੇ ਬੋਲਾਂਗੇ, ਜੋ ਇਨਸਾਨ ਦੇ ਅੰਦਰ ਹੈ, 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 ਕੋਈ ਬਾਹਰ ਹੁੰਦਾ ਹੈ, ਕੋਈ ਬਾਹਰ ਆਉਂਦਾ ਹੈ, ਕੋਈ ਬਾਹਰ ਹੁੰਦਾ ਹੈ, ਕੋਈ ਬਾਹਰ ਆਉਂਦਾ ਹੈ। ਤੁਸੀਂ ਬੜੇ ਧਿਆਨ ਦੇ ਕੇ ਵਚਨ ਨੂੰ ਸੁਣਨਾ। ਜੋ ਇਨਸਾਨ ਦੇ ਅੰਦਰ ਹੈ ਸੋ ਬਾਹਰ ਆਉਂਦਾ ਹੈ। ਪਰਮੇਸ਼ਰ ਦਾ ਵਚਨ ਐਸੇ ਸਮਝਾਉਣਾ ਕਰ ਰਿਹਾ ਹੈ। ਬੜੇ ਧਿਆਨ ਦੇ ਕੇ ਵਚਨ ਨੂੰ ਸੁਣਨਾ ਹੈ। ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੜੇ ਧਿਆਨ ਦੇ ਨਾਲ ਬੈਠ ਜਾਣਾ ਹੈ। ਹਾਂਜੀ, ਆਓ ਵਚਨ ਦੇ ਵਿੱਚ ਚੱਲਦੇ ਹਾਂ। ਪਰਮੇਸ਼ਰ ਦਾ ਵਚਨ ਸਾਨੂੰ ਕੀ ਸਮਝਾਉਣਾ ਕਰਦਾ ਹੈ। ਮੱਤੀ ਦੀ ਅੰਜੀਲ ਉਸ ਦਾ 12 ਅਧਿਆਏ ਉਹਦੀ 34, 35, 36 ਔਰ 37 ਅੱਜ ਪੜ੍ਹਦੇ ਹਾਂ। ਵਚਨ ਕੀ ਸਮਝਾਉਣਾ ਕਰ ਰਿਹਾ ਹੈ। ਮੱਤੀ ਦੀ ਅੰਜੀਲ ਸਾਰੀਆਂ ਭੈਣਾਂ ਦਾ ਧਿਆਨ ਐਨ ਹੋਣਾ ਚਾਹੀਦਾ ਹੈ, ਕਿਸੇ ਦਾ ਧਿਆਨ ਭੜਕਣਾ ਨਹੀਂ ਚਾਹੀਦਾ। ਤੁਸੀਂ ਜਦ ਵਚਨ ਨਾਲ ਧਿਆਨ ਕਰੋਗੇ, ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇਗਾ। ਵੀਰਾਂ ਦੇ ਹੱਥ ਜੋੜ ਕੇ ਬੇਨਤੀ ਆ, ਆਪਣਾ ਧਿਆਨ ਜਿਹੜਾ ਹੈ ਵਚਨ ਤੇ ਲਾਉਣਾ ਹੈ। ਵਚਨ ਕੀ ਕਹਿ ਰਿਹਾ ਹੈ? ਮੱਤੀ ਦੀ ਅੰਜੀਲ ਉਸ ਦਾ 12 ਅਧਿਆਏ ਉਹਦੀ 34, 35, 36 ਔਰ 37 ਅੱਜ ਪੜ੍ਹ ਦੇਵਾਂਗੇ। ਵਚਨ ਕੀ ਕਹਿ ਰਿਹਾ ਹੈ? ਇਹ ਸੱਪਾਂ ਦੇ ਬੱਚਿਓ, ਇਹ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਨਹੀਂ ਕਰ ਸਕਦੇ। ਜਿਨ੍ਹਾਂ ਦੇ ਮਨਾਂ ਦੇ ਵਿੱਚ ਬੁਰੇ ਵਿਚਾਰ ਚੱਲਦੇ ਆ, ਜਿਨ੍ਹਾਂ ਦੇ ਧਿਆਨ ਬੁਰੇ ਹੋ ਜਾਂਦੇ ਆ, ਜਿਨ੍ਹਾਂ ਦੇ ਮਨ ਦੇ ਜਿਹੜੇ ਇਹੋ ਜਿਹੇ ਵਿਚਾਰ ਕਈ ਮਨ ਵਿੱਚੋਂ ਫੁਰਨੇ ਇਹੋ ਜਿਹੇ ਫੁਰਦੇ ਆ, ਉਹਨਾਂ ਨੂੰ ਪਰਮੇਸ਼ਰ ਨੇ ਕਿਹਾ ਹੈ ਇਹ ਸੱਪਾਂ ਦੇ ਬੱਚਿਓ, ਸ਼ੈਤਾਨ ਦੇ ਬੱਚੇ ਉਹਨਾਂ ਨੂੰ ਕਿਹਾ ਗਿਆ ਹੈ। ਇਹ ਸ਼ੈਤਾਨ ਦੇ ਬੱਚਿਆਂ ਦੇ ਕੁਝ ਕੰਮ ਹੁੰਦੇ ਆ, ਸ਼ੈਤਾਨ ਦੇ ਬੱਚਿਆਂ ਦੇ ਕੁਝ ਕੰਮ ਹੁੰਦੇ ਆ। ਪ੍ਰਭੂ ਯਿਸੂ ਮਸੀਹ ਦੇ ਮੁਖ ਦੇ ਵਾਕ ਹੈ, ਇਹ ਸੱਪਾਂ ਦੇ ਬੱਚਿਓ। ਕੀ ਵਚਨ ਕਹਿ ਰਿਹਾ? ਦੁਬਾਰੇ ਸਿਆਤ ਨੂੰ ਪੜ੍ਹ ਦਿੰਦੇ ਆ। ਇਹ ਸੱਪਾਂ ਦੇ ਬੱਚਿਓ, ਇਹ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਤੁਹਾਡੇ ਮਨ ਵਿੱਚੋਂ ਨਿਕਲ ਨਹੀਂ ਸਕਦੀਆਂ। ਚੰਗੀਆਂ ਗੱਲਾਂ ਨਹੀਂ ਨਿਕਲ ਸਕਦੀਆਂ, ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਬੁਰੇ ਵਿਚਾਰ ਆ, ਉਹ ਵਿਚਾਰ ਕੀ ਹੈ? ਬੜੇ ਧਿਆਨ ਦੇ ਕੇ ਵਚਨ ਨੂੰ ਸੁਣਾਂਗੇ। ਜੋ ਅੰਦਰ ਹੈ ਸੋ ਬਾਹਰ ਆਉਂਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ। ਵਚਨ ਨੂੰ ਪਹਿਲਾਂ ਸੁਣਨਾ। ਜਦ ਮੈਂ ਕਹਾਂ ਚਾਲੂ ਕਰੋ, ਉਦੋਂ ਤੁਸੀਂ ਚਾਲੂ ਕਰਨਾ ਹੈ। ਇਹ ਸੱਪਾਂ ਦੇ ਬੱਚਿਓ, ਇਹ ਸੱਪਾਂ ਦੇ ਬੱਚਿਓ, ਕਹਿ ਰਿਹਾ ਜੋ ਤੁਹਾਡੇ ਅੰਦਰ ਭਰਿਆ ਹੈ ਸੋ ਬਾਹਰ ਆਉਂਦਾ ਹੈ। ਬੁਰੇ ਹੋ ਕੇ ਤੁਸੀਂ ਚੰਗੀਆਂ ਗੱਲਾਂ ਨਹੀਂ ਕਰ ਸਕਦੇ। ਕਹਿੰਦਾ ਬੁਰੇ ਹੋ ਕੇ ਤੁਸੀਂ ਚੰਗੀਆਂ ਗੱਲਾਂ ਨਹੀਂ ਕਰ ਸਕਦੇ, ਕਿਉਂਕਿ ਜੋ ਅੰਦਰ ਹੈ ਸੋ ਬਾਹਰ ਆਉਂਦਾ ਹੈ। ਜਦੋਂ ਅਸੀਂ ਕਹਾਵਤਾਂ ਉਹਦਾ 15 ਅਧਿਆਏ ਉਹਦੀ 13 ਪੜ੍ਹਦੇ ਆ ਨਾ, ਪੜ੍ਹਨਾ ਨਹੀਂ ਆ ਮੈਂ ਉਤਨਾ ਕਹਿ ਦੇਣਾ ਹਾਂ। ਉੱਥੇ ਦੱਸਿਆ ਗਿਆ ਹੈ, ਕਹਿੰਦਾ ਜੋ ਅੰਦਰ ਹੈ ਮੁਖ ਤੇ ਵੀ ਆ ਚੜਦਾ ਹੈ। ਕਹਿੰਦੇ ਜਦੋਂ ਮਨ ਆਨੰਦ ਹੋਵੇ ਤੇ ਮੁਖ ਤੇ ਕੀ ਹੁੰਦੀ ਆ? ਹਾਂਜੀ, ਸਾਹਮਣੇ ਕੇ ਬੋਲੀਏ, ਜਦੋਂ ਮਨ ਆਨੰਦ ਹੋਵੇ ਮੁਖ ਤੇ ਕੀ ਹੁੰਦੀ ਆ?
ਜਿਹੜੀ ਅੰਦਰਲੀ ਚੀਜ਼ ਆ ਮੁੱਖ ਤੇ ਪ੍ਰਗਟ ਹੋ ਜਾਂਦੀ ਆ। ਜੇ ਕਿਸੇ ਦੇ ਘਰ ਵਿੱਚ ਖੁਸ਼ੀ ਪ੍ਰਗਟ ਹੋਈ ਹੋਵੇ ਨਾ, ਕਿਸੇ ਵੀ ਪ੍ਰਕਾਰ ਦੀ ਖੁਸ਼ੀ ਮਿਲੀ ਹੋਵੇ ਤੇ ਉਹਦਾ ਚਿਹਰਾ ਖਿੜਿਆ ਖਿੜਿਆ ਜਿਹਾ ਨਜ਼ਰ ਆਵੇਗਾ ਤੇ ਤੁਰੇ ਤੁਰੇ ਜਾਂਦੇ ਵੀ ਪੁੱਛ ਲੈਣਗੇ ਅੱਜ ਭਾਈ ਜੀ ਬੜਾ ਕੀ ਆ, ਅੱਜ ਬੜਾ ਕੀ ਆ। ਉਹਦੀ ਅੰਦਰਲੀ ਚੀਜ਼ ਕਿੱਥੇ ਪ੍ਰਗਟ ਹੋ ਗਈ? ਕਿੱਥੇ ਹੋ ਗਈ? ਉਹਦੇ ਚਿਹਰੇ ਤੋਂ ਪਤਾ ਲੱਗ ਗਿਆ ਭਾਈ ਇਹ ਖੁਸ਼ ਆ। ਕਹਿੰਦਾ ਜਿਹਦਾ ਮਨ ਆਨੰਦ ਹੋਵੇ ਉਹਦੇ ਮੁਖ ਤੇ ਕੀ ਆਉਂਦੀ ਆ, ਤੇ ਜਿਹਦਾ ਮਨ ਬੁਰਾ ਹੋਵੇ ਉਹਦੇ ਵਿਚਾਰ ਵੇਖਿਓ ਕਿਹੋ ਜਿਹੇ ਹੁੰਦੇ ਆ। ਆਓ ਵਚਨ ਦੇ ਵਿੱਚ ਚੱਲਦੇ ਆ। ਵਚਨ ਕੀ ਸਮਝਾਉਣਾ ਕਰਦਾ ਹੈ? ਕਹਾਵਤਾਂ ਉਹਦਾ 16 ਅਧਿਆਏ ਉਹਦੀ 28, 29 ਔਰ 30 ਅਧ ਪੜ੍ਹਦੇ ਆ। ਪਰਮੇਸ਼ਵਰ ਨੇ ਕਿਹਾ ਹੇ ਸੱਪਾਂ ਦਿਓ ਬੱਚਿਓ ਤੁਸੀਂ ਬੁਰੇ ਹੋ ਕੇ ਕਹਿੰਦਾ ਚੰਗੀਆਂ ਗੱਲਾਂ ਕਰ ਸਕਦੇ ਨਹੀਂ ਕਰ ਸਕਦੇ। ਕਿਉਂ ਇਹ ਗੱਲ ਕਹੀ ਗਈ ਆ? ਬੜੇ ਧਿਆਨ ਦੇ ਕੇ ਬੱਚੇ ਨੂੰ ਸੁਣਾ ਹੈ। ਕਹਾਵਤਾਂ ਉਹਦਾ 16 ਅਧਿਆਏ 28, 29 ਔਰ 30 ਅਧ ਪੜ੍ਹਦੇ ਨੇ। ਵਚਨ ਕੀ ਸਮਝਾਉਣਾ ਕਰ ਰਿਹਾ ਹੈ? ਟੇਢਾ ਮਨੁੱਖ ਝਗੜੇ ਚੁੱਕਦਾ ਹੈ। ਹਾਂਜੀ ਇੱਕ ਜਣਾ ਪੜ੍ਹੀਏ। ਹਾਂਜੀ ਦੁਬਾਰਾ ਪੜ੍ਹਦੇ ਨੇ ਆ। ਹਾਂਜੀ ਪੜ੍ਹ ਦਈਏ। ਟੇਢਾ ਮਨੁੱਖ ਝਗੜੇ ਚੁੱਕਦਾ ਹੈ। ਹਾਂਜੀ ਇਹ ਸੱਪਾਂ ਦਿਓ ਬੱਚਿਓ ਕਹਿੰਦਾ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਹਕਰ ਕਰ ਸਕਦੇ ਜੇ। ਜਿਹੜਾ ਸ਼ੈਤਾਨ ਦਾ ਬੱਚਾ ਜਿਹਦੇ ਅੰਦਰ ਬੁਰੀ ਭਾਵਨਾ ਹੈ, ਉਹਦੇ ਅੰਦਰ ਬੁਰੇ ਵਿਚਾਰ ਆ, ਜਿਹਦੇ ਅੰਦਰ ਬੁਰਾ ਧਿਆਨ ਹੈ, ਉਹਦਾ ਮਨ ਕਿਸ ਤਰ੍ਹਾਂ ਦਾ ਹੈ? ਹਾਂਜੀ ਪੜ੍ਹਦੇ ਆ, ਦੁਬਾਰਾ ਪੜ੍ਹਦੇ ਆ। ਟੇਢਾ ਮਨੁੱਖ ਝਗੜੇ ਚੁੱਕਦਾ ਹੈ। ਟੇਢਾ ਮਨੁੱਖ ਉਹਦੀ ਨਿਸ਼ਾਨੀ ਆ। ਜਿਹੜਾ ਸੱਪ ਦਾ ਬੱਚਾ ਸ਼ੈਤਾਨ ਦਾ ਬੱਚਾ ਹੈ ਉਹਦੀ ਇੱਕ ਨਿਸ਼ਾਨੀ ਆ। ਜਿਹਦੇ ਅੰਦਰ ਕੁਝ ਬੁਰਾ ਹੈ ਉਹਦੇ ਬਾਹਰ ਵੀ ਪ੍ਰਗਟ ਹੁੰਦਾ ਹੈ। ਕਹਿ ਰਿਹਾ ਹੈ ਟੇਢਾ ਮਨੁੱਖ ਕੀ ਚੁੱਕਦਾ ਹੈ? ਕੀ ਕਰਦਾ ਹੈ? ਜਿਹੜਾ ਟੇਢਾ ਮਨੁੱਖ ਕੀ ਕਰਦਾ ਹੈ? ਤੇ ਜਿਹੜਾ ਟੇਢਾ ਨਹੀਂ ਉਹ ਝਗੜੇ ਤੋਂ ਕੀ ਕਰਦਾ ਹੈ? ਅੱਜ ਬਚਦਾ ਹੈ। ਝਗੜੇ ਤੋਂ ਵੀ ਕਰਦਾ ਹੈ, ਬਚਦਾ ਹੈ। ਪਰਮੇਸ਼ਰ ਦਾ ਵਚਨ ਕਹਿ ਰਿਹਾ ਹੇ ਸੱਪਾਂ ਦਿਓ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਹਕਰ ਕਰ ਸਕਦੇ ਜੇ। ਕਹਿੰਦੇ ਜਿਹਦੇ ਮਨ ਵਿੱਚ ਬੁਰੇ ਵਿਚਾਰ ਆ ਉਹ ਝਗੜਾ ਪਹਿਲਾਂ ਕਰੇਗਾ। ਝੂਠਾ ਜ਼ਿਆਦਾ ਲੜਦਾ ਜੀ। ਸੱਚਾ ਸਾਈਡ ਤੇ ਹੋ ਕੇ ਬੈਠਾ ਝੂਠਾ ਜ਼ਿਆਦਾ ਲੜਦਾ ਜੇ। ਵਚਨ ਕਹਿ ਰਿਹਾ ਦੁਬਾਰਾ ਅਸੀਂ ਆਪ ਨੂੰ ਪੜ੍ਹਦੇ ਨੇ 28 ਆਪ ਨੂੰ। ਟੇਢਾ ਮਨੁੱਖ ਝਗੜੇ ਚੁੱਕਦਾ ਹੈ। ਟੇਢਾ ਮਨੁੱਖ ਝਗੜੇ ਕਰਦਾ ਹੈ ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਚੁਗਲੀ ਹੈ। ਕਰਨ ਵਾਲਾ। ਬੜੇ ਸਕੇ ਦੋ ਭਰਾ ਨੇ, ਇੱਕ ਮਾਂ ਦੀ ਕੁੱਖੋਂ ਦੋ ਪੁੱਤ ਹੋਇਆ ਤੇ ਜਿਹੜਾ ਉਹੋ ਜਿਹਾ ਬੁਰਾ ਇਨਸਾਨ ਆ ਉਹ ਦੋਵਾਂ ਵਿੱਚ ਫੁੱਟ ਪਾ ਦੇਵੇਗਾ। ਉੱਥੋਂ ਪਤਾ ਲੱਗ ਜਾਵੇਗਾ ਇਹ ਕਿਹਦਾ ਪੁੱਤਰ ਹੈ, ਉਹ ਕਿਹਦਾ ਪੁੱਤਰ ਹੈ। ਬੜੇ ਜਾਨੀ ਜਿਹੜੇ ਆ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਆ। ਦੋਵੇਂ ਭਰਾ ਔਰ ਸਕੀ ਉਹਨਾਂ ਦੀ ਭੈਣ ਆ। ਤਿੰਨੇ ਭੈਣ ਭਰਾ ਸਕਾ ਪਿਆਰ ਕਰਦੇ, ਬਹੁਤ ਵਧੀਆ ਪਿਆਰ ਕਰ ਰਹੇ ਆ। ਪਰ ਇਹੋ ਜਿਹਾ ਇੱਕ ਆਵੇਗਾ ਜਿਹੜਾ ਸ਼ੈਤਾਨ ਦਾ ਪੁੱਤਰ ਤੁਹਾਡੀ ਮੰਡਲੀ ਦੇ ਵਿੱਚ ਉੱਠੇਗਾ, ਤੁਹਾਡੇ ਲਾਗੇ ਨਜ਼ਦੀਕ ਦੇ ਵਿੱਚ ਉੱਠੇਗਾ। ਉਹਨਾਂ ਭੈਣਾਂ ਭਰਾਵਾਂ ਵਿੱਚ ਪ੍ਰੇਮ ਰਹਿਣ ਦੇਵੇਗਾ। ਜਦੋਂ ਨਾ ਰਹਿਣ ਦੇਵੇਗਾ ਉਦੋਂ ਮਨ ਵਿੱਚ ਝਾਤੀ ਮਾਰਿਓ ਸਾਡੇ ਘਰ ਵਿੱਚ ਕੌਣ ਸ਼ਰਾਰਤ ਕਰ ਰਿਹਾ ਹੈ। ਜਾਣਿਓ ਸਾਡੇ ਘਰ ਵਿੱਚ ਕੀ ਚੱਲ ਰਿਹਾ ਹੈ। ਸ਼ੈਤਾਨ ਦੀ ਯੋਜਨਾ। ਉਸ ਯੋਜਨਾ ਤੋਂ ਬਚਣ ਦੇ ਲਈ ਚੌਂਕੜਾ ਮਾਰੋ, ਪ੍ਰਾਰਥਨਾ ਕਰੋ ਪ੍ਰਭੂ ਇਸ ਘਰ ਨੂੰ ਤੂੰ ਬਚਾ। ਇਹ ਜਿਹੜਾ ਭੈਣ ਭਰਾਵਾਂ ਦਾ ਪ੍ਰੇਮ ਪਹਿਲਾ ਜੈਸਾ ਸੀ ਫੇਰ ਬਣ ਜਾਵੇ। ਵਿਸ਼ਵਾਸ ਕਰਿਓ ਉਹਨਾਂ ਦਾ ਪ੍ਰੇਮ ਜਿਹੜਾ ਹੈ ਫੇਰ ਦੁਬਾਰਾ ਤੋਂ ਪੈ ਜਾਵੇਗਾ। ਸਭ ਹਾਲੇਲੂਇਆ। ਹਾਲੇਲੂਇਆ। ਭਰਾਵਾਂ ਦਾ ਪ੍ਰੇਮ ਜਿਹੜਾ ਫੇਰ ਦੁਬਾਰਾ ਤੋਂ ਉਸਾ ਹੀ ਹੋ ਜਾਵੇਗਾ। ਪਰ ਜਿਹੜਾ ਸ਼ੈਤਾਨ ਦਾ ਪੁੱਤਰ ਹੈ ਉਹਦੇ ਕੋਲ ਬਚਣਾ ਹੈ, ਉਹਦੇ ਕੋ ਬਚਣਾ ਹੈ। ਭੈਣ ਮੇਰੀ ਉਹਦੇ ਕੋ ਬਚਣਾ ਹੈ, ਵੀਰ ਮੇਰੇ ਬਚਣਾ ਹੈ। ਵਚਨ ਕਹਿ ਰਿਹਾ ਏ ਸੱਪਾਂ ਦਿਓ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਹਕਰ ਕਰ ਸਕਦੇ ਜੇ। ਜਿਹੜਾ ਬੁਰਾ ਮਨੁੱਖ ਹੈ, ਏਡਾ ਮਨੁੱਖ ਹੈ ਉਹ ਝਗੜੇ ਛੇੜਦਾ ਹੈ। ਜਿਹੜਾ ਝਗੜਾ ਨਹੀਂ ਨਾ ਕਰਨਾ ਚਾਹੁੰਦਾ ਬਦੋ ਬਦੀ ਝਗੜਾ ਘਰ ਨੂੰ ਲੈ ਕੇ ਆਵੇਗਾ। ਕਹਿੰਦਾ ਜਿਹੜਾ ਟੇਢਾ ਮਨੁੱਖ ਹੈ ਉਹ ਝਗੜੇ ਛੇੜਦਾ ਹੈ। ਪਰ ਦੂਸਰੀ ਗੱਲ ਕਿਹੜੀ ਕਹੀ? ਦੁਬਾਰਾ ਪੜ੍ਹਦੇ ਨੇ ਹਾਂ 28 ਪੜ੍ਹਦੇ ਨੇ ਹਾਂ। ਟੇਢਾ ਮਨੁੱਖ ਝਗੜੇ ਚੁੱਕਦਾ ਹੈ ਟੇਢਾ ਮਨੁੱਖ ਝਗੜੇ ਛੇੜਦਾ ਹੈ ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਜਿਹੜਾ ਦਿੰਦਾ ਹੈ। ਚੁਗਲੀ ਕਰਨ ਵਾਲਾ ਹੈ ਸਕੇ ਭਰਾਵਾਂ ਦੇ ਵਿੱਚ ਫੁੱਟ ਪੈਦਾ ਕਰ ਦਿੰਦਾ ਹੈ, ਸਕੇ ਯਾਰਾਂ ਦੋਸਤਾਂ ਦੇ ਵਿੱਚ ਫੁੱਟ ਪੈਦਾ ਕਰ ਦਿੰਦਾ। ਹਾਂਜੀ ਪੜ੍ਹਦੇ ਆ। ਅੱਗੇ ਹਾਂਜੀ ਪੜ੍ਹ ਦਈਏ 30 ਤੱਕ ਪੜਾਂਗੇ। ਹਨੇਰ ਕਰਨ ਵਾਲਾ ਹਨੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ ਆਪਣੇ ਗੁਆਂਢੀ ਨੂੰ ਫੁਸਲਾ ਕੇ ਭੈੜੇ ਰਾਹ ਵਿੱਚ ਪਾ ਦਿੰਦਾ ਕਿਹੜੇ ਹੈ। ਰਾਹ ਵਿੱਚ? ਭੈੜੇ ਰਾਹ ਵਿੱਚ। ਕਿਹੜੇ ਰਾਹ ਵਿੱਚ? ਭੈੜੇ ਰਾਹ ਵਿੱਚ। ਗੁਆਂਢੀ ਦੇ ਘਰ ਜਾਵੇਗਾ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਭਰ ਦੇਵੇਗਾ ਉਹ ਗੁਆਂਢੀ ਦਾ ਘਰ ਕੀ ਹੋ ਜਾਵੇਗਾ। ਉਹ ਕਿਹਦਾ ਕੰਮ ਹੈ? ਉਹ ਕਿਹਦਾ ਕੰਮ ਹੈ? ਹੋਰ ਨਾ ਬੋਲੇ ਕਰੀਏ ਕਿਹਦਾ ਕੰਮ ਹੈ? ਕਿਹਦਾ ਕੰਮ ਹੈ? ਝਗੜੇ ਪੈਦਾ ਕਰਨਾ ਕਿਹਦਾ ਕੰਮ ਹੈ? ਇਹ ਟੇਢੀ ਸੋਚ ਰੱਖਣੀ, ਬੁਰੇ ਵਿਚਾਰ ਰੱਖਣੇ, ਬੁਰੀਆਂ ਭਾਵਨਾ ਰੱਖਣੀਆਂ, ਇਹ ਕਿਹਦਾ ਕੰਮ ਹੈ? ਇਹ ਕਿਹਦਾ ਕੰਮ ਹੈ? ਸ਼ੈਤਾਨ ਦਾ ਕੰਮ ਹੈ। ਹੋਰ ਵੀ ਸ਼ੈਤਾਨ ਦੇ ਪੁੱਤ ਦੇ ਕੁਝ ਇਹੋ ਜਿਹੇ ਕੰਮ ਨੇ ਪੜ੍ਹ ਕੇ ਵੇਖਦੇ ਆ। ਹਾਂਜੀ ਪੜ੍ਹਦੇ ਨੇ ਅੱਗੇ। ਅੱਖੀਆਂ ਭਟਕਾਉਣ ਵਾਲਾ ਹਾਂਜੀ ਪਹਿਲੀ ਨਿਸ਼ਾਨੀ ਉਹਦੀ ਇਹ ਹੈ
ਭਈ ਉਹ ਟੇਢਾ ਕਰੇਗਾ, ਬੁਰੇ ਵਿਚਾਰ ਕਰੇਗਾ, ਭਰਾਵਾਂ ਵਿੱਚ ਝਗੜਾ ਪਵਾਵੇਗਾ। ਤੀਸਰੀ ਗੱਲ ਹੈ ਫੁੱਟਾਂ ਨੂੰ ਪੈਦਾ ਕਰੇਗਾ ਤੇ ਕੁਝ ਇਹੋ ਜਿਹੇ ਵਿਚਾਰ ਵਿੱਚ ਦੱਸੇ ਗਏ ਆ, ਅੱਖਾਂ ਮਟਕਾਉਂਦਾ ਫਿਰੇਗਾ। ਮਾਫ ਕਰਨਾ, ਬਹੁਤਿਆਂ ਦੀਆਂ ਅੱਖਾਂ ਵੀ ਕੀ ਹੁੰਦੀਆਂ ਨੇ? ਹਾਂਜੀ, ਕਹਿੰਦੇ ਨਹੀਂ ਜਾਗਦੀਆਂ ਨੇ, ਬੁਰੇ ਕੰਮਾਂ ਦੇ ਲਈ ਕੀ ਹੁੰਦੀਆਂ ਨੇ? ਮਾਫ ਕਰਨਾ, ਸ਼ਰਮਾਉਣਾ ਨਹੀਂ ਆ, ਸ਼ਰਮਾਉਣਾ ਨਹੀਂ ਆ। ਵਚਨ ਜਿਹੜਾ ਸੱਚਾਈ ਨੂੰ ਜਾਣੇਗਾ ਉਹ ਕੀ ਹੋ ਜਾਵੇਗਾ? ਆਜ਼ਾਦ ਹੋ ਜਾਵੇਗਾ। ਆਜ਼ਾਦ ਹੋ ਜਾਵੇਗਾ। ਜਿਹੜੇ ਸ਼ੈਤਾਨ ਦੇ ਪੁੱਤਰ ਹਨ ਕਿਸੇ ਦੇ ਘਰ ਵਿੱਚ ਜਾਣਗੇ, ਜੈਸਾ ਆਪਣੀ ਭੈਣ ਨੂੰ ਵੇਖਦੇ ਆ ਉਸਾ ਜਾ ਕੇ ਕਿਸੇ ਦੀ ਭੈਣ ਨੂੰ ਵੇਖਣਗੇ ਨਹੀਂ। ਜੈਸੀ ਨਿਗਾਹ ਆਪਣੀ ਮਾਂ ਤੇ ਆ ਉਹੋ ਜੀ ਨਿਗਾਹ ਕਿਸੇ ਪਰਾਈ ਔਰਤ ਤੇ ਹੈਗੀ ਨਹੀਂ। ਉਹ ਅੱਖੀਆਂ ਮਟਕਾਉਂਦਾ ਫਿਰਦਾ ਹੈ, ਯਾਰ ਬਣਾ ਕੇ ਤੇ ਯਾਰ ਮਾਰ। ਉਹ ਕਿਹਦਾ ਪੁੱਤਰ ਹੈ? ਸ਼ੈਤਾਨ ਦਾ। ਕਿਹਦਾ ਪੁੱਤਰ ਹੈ? ਸ਼ੈਤਾਨ ਦਾ। ਕਿਉਂਕਿ ਪਹਿਲੇ ਕਰੰਥੀਆਂ 6 ਅਧਿਆਇ ਦੇ ਵਿੱਚ ਦੱਸਿਆ ਹੈ ਇਹੋ ਜਿਹੇ ਜਿਹੜੇ ਅੱਖੀਆਂ ਮਟਕਾਉਂਦੇ ਆ ਤੇ ਪਹਿਲੋਂ ਉਹ ਗਵਾਂਢੀ ਨੂੰ ਭਰਾ ਬਣਾਉਣਗੇ, ਭਰਾ ਬਣਾ ਕੇ ਫਿਰ ਉਹਦੇ ਨਾਲ ਯਾਰ ਮਾਰ ਕਰਨਗੇ ਤੇ ਕਹਿੰਦੇ ਇੱਥੋਂ ਜਾਣ ਲਿਓ। ਜਦੋਂ ਯਾਰ ਮਾਰ ਕਰੇ ਉੱਥੋਂ ਫੜ ਲਿਓ ਉਹਨੂੰ। ਉਹ ਕਿਹਦਾ ਪੁੱਤਰ ਹੈ? ਸ਼ੈਤਾਨ ਦਾ। ਤੇ ਉਹਨੂੰ ਘਰ ਵੜਨ ਦੇਣਾ ਨਹੀਂ, ਵੜਨ ਦੇਣਾ, ਉਹਨੂੰ ਬਚਾਉਣਾ ਆ। ਕਿਉਂਕਿ ਪਰਮੇਸ਼ਰ ਇਹਨਾਂ ਕੰਮਾਂ ਵਿੱਚ ਖੁਸ਼ ਨਹੀਂ ਆ, ਉਹ ਦੂਰ ਚਲਿਆ ਜਾਵੇ। ਉਹ ਚਾਹੁੰਦਾ ਹੈ ਦੁਸ਼ਟ ਮੁੜੇ ਤੇ ਉਹ ਆਪਣੀਆਂ ਬੁਰਾਈਆਂ ਨੂੰ ਛੱਡ ਦੇਵੇ ਤੇ ਤੋਬਾ ਕਰੇ ਤੇ ਹਮੇਸ਼ਾ ਦੀ ਜ਼ਿੰਦਗੀ ਕੀ ਕਰ ਲਵੇ। ਪਰਮੇਸ਼ਰ ਨਹੀਂ ਚਾਹੁੰਦਾ ਕੋਈ ਦੁਸ਼ਟ ਆਪਣੀ ਬੁਰਾਈ ਵਿੱਚ ਮਰ ਜਾਵੇ, ਉਹ ਚਾਹੁੰਦਾ ਮੁੜੇ। ਉਹਦੇ ਕੰਮਾਂ ਨੂੰ ਵੇਖ ਕੇ ਉਹਨੂੰ ਜਾਣੂ ਕਰਵਾਉਣਾ ਹੈ। ਉਹ ਕੰਮ ਕਹਿੰਦਾ ਹੈ ਸ਼ੈਤਾਨ ਦਾ। ਜਾਣੂ ਤੁਸੀਂ ਕਰਵਾਉਣਾ ਕੰਮ ਸ਼ੈਤਾਨ ਦਾ ਨਹੀਂ ਹੈ। ਧਿਆਨ ਦਿਓ ਸ਼ਬਦਾਂ ਵਿੱਚ, ਜਾਣੂ ਕਰਵਾਉਣਾ ਹੈ, ਚੰਗੇ ਕੰਮਾਂ ਤੋਂ ਉਹਨੂੰ ਜਾਣੂ ਕਰਵਾਉਣਾ ਹੈ। ਜਦੋਂ ਤੁਸੀਂ ਚੰਗੇ ਕੰਮਾਂ ਤੋਂ ਜਾਣੂ ਕਰਵਾਓਗੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇਗਾ। ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇਗਾ। ਸਭ ਬੋਲਾਂਗੇ ਹਾਲੇਲੂਇਆ, ਹੋਰ ਨਾ ਬੋਲਾਂਗੇ ਹਾਲੇਲੂਇਆ, ਹੋਰ ਨਾ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਕਰਦਾ ਫਿਰਦਾ ਹੈ, ਅੱਖੀਆਂ ਕੀ ਕਰਦਾ ਫਿਰਦਾ ਹੈ? ਅੱਖੀਆਂ ਕੀ ਕਰਦਾ ਹੈ? ਅੱਖੀਆਂ ਕੀ ਕਰਦਾ ਹੈ? ਮਟਕਾਉਂਦਾ ਹੈ। ਤੇ ਮਾਫ ਕਰਨਾ, ਜੇਕਰ ਅੱਖੀਆਂ ਸਾਡੀਆਂ ਵੀ ਮਟਕਾਉਂਦੀਆਂ ਨੇ ਤੇ ਕੀ ਕਰੀਏ? ਬੰਦ ਕਰ। ਅੱਖੀਆਂ ਨਾ ਬੰਦ ਕਰ ਲਿਓ, ਆਪਣੀਆਂ ਬੁਰੀ ਭਾਵਨਾ ਨੂੰ ਕੀ ਕਰ ਲੈਣਾ ਹੈ? ਅੱਖਾਂ ਬੰਦ ਕਰਕੇ ਚੱਲੋਗੇ ਕਿਸੇ ਕੰਧ ਵਿੱਚ ਵੱਜ, ਅੱਖਾਂ ਬੰਦ ਕਰਕੇ ਚੱਲੋਗੇ ਕਿਸੇ ਕੰਧ ਵਿੱਚ ਨਾ ਵੱਜ ਜਾਇਓ। ਇਹ ਬੁਰੇ ਵਿਚਾਰ ਤੇ ਬੁਰੇ ਧਿਆਨਾਂ ਨੂੰ ਕੀ ਕਰ ਦੇਣਾ ਹੈ? ਬੰਦ ਕਰ ਦੇਣਾ ਹੈ। ਮਨ ਦੇ ਬੁਰੇ ਵਿਚਾਰਾਂ ਨੂੰ ਖਤਮ ਕਰ ਦੇਣਾ। ਜਿਹੜਾ ਸ਼ੈਤਾਨ ਦਾ ਪੁੱਤਰ ਹੈ ਅੱਖੀਆਂ ਮਟਕਾਉਂਦਾ ਫਿਰਦਾ ਹੈ। ਹਾਂਜੀ ਪੜ੍ਹਦੇ ਨੇ ਆ, ਹਾਂਜੀ ਪੜ੍ਹ ਕੇ 29 ਐਤ ਪੜ੍ਹਦੇ ਨੇ ਆ। ਹਨੇਰ ਕਰਨ ਵਾਲਾ, ਹਨੇਰ ਕਰਨ ਵਾਲਾ ਆਪਣੇ ਗਵਾਂਢੀ ਨੂੰ ਫਸਲਾ ਕੇ, ਆਪਣੇ ਗਵਾਂਢੀ ਨੂੰ ਫਸਲਾ ਕੇ ਆਪਣੇ ਵੱਲ ਕਰਕੇ ਭੈੜੇ ਰਾਹ ਵਿੱਚ ਪਾ ਦਿੰਦਾ। ਭੈੜੇ ਰਾਹ ਵਿੱਚ ਪਾ ਦਿੰਦਾ ਹੈ, ਜਿਹਦੇ ਵਿੱਚ ਉਹਦਾ ਨਾਸ਼ ਹੋ ਜਾਵੇ। ਅੱਖੀਆਂ ਮਟਕਾਉਣ ਵਾਲਾ, ਅੱਖੀਆਂ ਮਟਕਾਉਣ ਵਾਲਾ ਕਿਹੜੇ ਕੰਮ ਸੋਚਦਾ ਹੈ? ਇਹੋ ਜਿਹੇ ਕੰਮ ਸੋਚਦਾ ਹੈ। ਜਿਹਦੀ ਅੱਖ ਹੀ ਬੁਰੀ ਆ ਉਹਦੇ ਮਨ ਦੇ ਵਿਚਾਰ ਕੀ ਆ? ਕਿਉਂ ਪਰਮੇਸ਼ਰ ਨੇ ਕਿਹਾ ਏ ਸੱਪਾਂ ਦੇ ਬੱਚਿਓ ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਫਿਕਰ ਕਰ ਉਹਦੇ ਜੋ ਅੰਦਰ ਹੈ ਸੋ ਵੀ ਆਵੇਗਾ। ਜੋ ਉਹਦੇ ਅੰਦਰ ਦੀ ਭਾਵਨਾ ਬੁਰੀ ਆ, ਅੰਦਰ ਦੇ ਜਿਹੜੀ ਭਾਵਨਾ ਹੈ ਬੁਰੀ ਹੈ, ਬੁਰੇ ਉਹਦੇ ਵਿਚਾਰ ਆ, ਉਹ ਅੱਖਾਂ ਤੇ ਦਿਖਾਈ ਦੇਣਗੇ। ਅੱਖਾਂ ਤੇ ਦਿਖਾਈ ਦੇਣਗੇ। ਮਾਫ ਕਰਨਾ, ਵਚਨ ਇਹੋ ਜਿਹਾ ਹੋਵੇਗਾ ਜਿੱਥੇ ਅੱਖਾਂ ਮਟਕਾਉਂਦੇ ਨਹੀਂ ਆ, ਅੱਖੀਆਂ ਮਾਰਦੇ ਵੀ ਆ। ਅੱਖੀਆਂ ਮਟਕਾਉਂਦੇ ਹੀ ਨਹੀਂ ਆ, ਅੱਖੀਆਂ ਮਾਰਦੇ ਵੀ ਆ। ਜਿਹੜੇ ਇਹੋ ਜਿਹੇ ਕੰਮ ਕਰਦੇ ਉਹ ਕਹਿੰਦੇ ਪੁੱਤਰ ਆ, ਉਹ ਕਹਿੰਦੇ ਪੁੱਤਰ ਆ, ਕਹਿੰਦੇ ਪੁੱਤਰ ਆ। ਮੇਰੀ ਭੈਣਾਂ ਦੀ ਆਵਾਜ਼ ਘੱਟ ਆ। ਸੱਚਾਈ ਨੂੰ ਜਾਣੋਗੇ, ਸੱਚਾਈ ਕੀ ਕਰੇਗੀ? ਵੈਸੇ ਇੱਕ ਬੰਦੇ ਨੇ ਗੱਲ ਕੀਤੀ ਹੁੰਦੀ ਨਾ, ਉਹ ਪੁਰਾਣੇ ਨਗਰ ਦੇ ਵਿੱਚ, ਉਹ ਵੀ ਤੁਸੀਂ ਲੱਭ ਕੇ ਤੇ ਦੂਰ ਤੱਕ ਪਹੁੰਚਾ ਦੇਣੀ ਸੀ। ਸੱਚਾਈ ਆ, ਸੱਚਾਈ ਨੂੰ ਵੇਖ ਕੇ ਮੁੱਖ ਠਾਹ ਨਾ ਕਰੀਏ ਤਾਂ ਚੁੱਕੀਏ। ਜੇ ਝੂਠੇ ਹੋਏ ਤੇ ਸ਼ਰਮਿੰਦਗੀ ਆ, ਜੇ ਸੱਚੇ ਹੋਏ ਤੇ ਮੁੱਖ ਤਾਣ ਕਰਕੇ ਗੱਲ ਕਰ ਸਕਦੇ। ਜ਼ੋਰ ਨਾਲ ਬੋਲਾਂਗੇ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅੱਖੀਆਂ ਮਟਕਾਉਂਦੇ ਫਿਰਦੇ। ਹਾਂਜੀ ਪੜ੍ਹਦੇ ਨੇ ਅੱਖੀਆਂ ਤੋਂ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ। ਅੱਖੀਆਂ ਮਟਕਾਉਣ ਵਾਲੇ ਦੀ ਜਿਹੜੀ ਭਾਵਨਾ ਹੈ ਟੇਢੇ ਕੰਮ ਸੋਚਦਾ, ਮਨ ਵਿੱਚ ਹਮੇਸ਼ਾ ਬੁਰੇ ਵਿਚਾਰ ਸੋਚਦਾ ਹੈ। ਬੁੱਲ ਘੁੱਟਣ ਵਾਲਾ ਬੁਰਾਈ ਕਰ ਛੱਡਦਾ ਹੈ। ਹਾਂਜੀ ਬੁੱਲ ਵੀ ਘੁੱਟ-ਘੁੱਟ ਕੇ ਗੱਲਾਂ ਕਰਨਗੇ। ਅੰਦਰ ਈਰਖਾ ਤੇ ਬੁੱਲ ਘੁੱਟ-ਘੁੱਟ ਕੇ ਗੱਲਾਂ ਕਰਨਗੇ। ਸੱਚਾਈ ਆ, ਸੱਚਾਈ ਨੂੰ ਜਾਣੋ। ਬੁੱਲ ਨਾਲੇ ਘੁੱਟਣਗੇ, ਨਾਲੇ ਬੁੱਲਾਂ ਤੇ ਦੰਦੀਆਂ ਵੱਢੀ ਜਾਣਗੇ ਤੇ ਅੱਖਾਂ ਨਾਲ ਸ਼ਰਾਰਤ ਕਰੀ ਜਾਣਗੇ। ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ ਉਹ ਕਹਿੰਦੇ ਪੁੱਤਰ ਆ, ਉਹ ਕਹਿੰਦੇ ਪੁੱਤਰ ਆ। ਨੌਜਵਾਨਾਂ ਨੂੰ ਵੀ ਬੇਨਤੀ ਆ, ਜੇਕਰ ਸਾਡੇ ਵਿੱਚ ਚਾਰ ਚਰਨ ਇਹੋ ਜਿਹਾ, ਸਾਡੇ ਵਿੱਚ ਧਿਆਨ ਇਹੋ ਜਿਹਾ,
ਤੇ ਇਹਦਾ ਮਤਲਬ ਅਸੀਂ ਪਰਮੇਸ਼ਰ ਤੋਂ ਹੈਗੇ ਨਹੀਂ। ਕਾਹਦੇ ਤੋਂ ਆ ਫਿਰ? ਸ਼ੈਤਾਨ ਤੋਂ। ਕਾਹਦੇ ਤੋਂ ਆ? ਸ਼ੈਤਾਨ। ਤੇ ਮੇਰੀਆਂ ਭੈਣਾਂ ਅੱਗੇ ਵੀ ਬੇਨਤੀ ਆ, ਜੇਕਰ ਸਾਡੇ ਮਨ ਦੇ ਵਿਚਾਰ ਉਹੋ ਜਿਹੇ ਆ, ਸਾਡੀ ਨਿਗਾਹ ਤੇ ਕੰਟਰੋਲ ਨਹੀਂ ਹੈਗਾ, ਸਾਡੇ ਮਨ ਤੇ ਕੰਟਰੋਲ ਨਹੀਂ ਹੈਗਾ, ਵਚਨ ਕਹਿੰਦਾ ਕਹੋਤਾ 4 ਅਧਿਆਇ ਤੇ ਹੀ ਅੱਤ ਗਣ ਕਰਦੀ ਆ, ਆਪਣੇ ਮਨ ਦੀ ਚੌਕਸੀ ਕਰ, ਕਿਉਂ ਜੋ ਜੀਵਨ ਦੀਆਂ ਧਾਰਾ ਇਸੇ ਵਿੱਚੋਂ ਹੀ ਨਿਕਲਦੀਆਂ ਹੈ। ਆਪਣੇ ਮਨ ਦੀ ਕਹਿੰਦਾ ਚੌਕਸੀ ਕਰ, ਮਨ ਤੇ ਕੰਟਰੋਲ ਕਰ, ਅੱਖਾਂ ਤੇ ਕੰਟਰੋਲ ਕਰ, ਕਿਉਂ ਜੋ ਜੀਵਨ ਦੀਆਂ ਧਾਰਾ ਇਸੇ ਵਿੱਚੋਂ ਹੀ ਨਿਕਲਦੀਆਂ। ਜੇਕਰ ਜੀਵਨ ਚਾਹੁੰਦਾ ਆ, ਸੁੱਖ ਚਾਹੁੰਦਾ ਆ, ਆਪਣੀ ਅੱਖ ਤੇ ਆਪਣੇ ਮਨ ਤੇ ਕੰਟਰੋਲ ਕਰ। ਜਦੋਂ ਕੰਟਰੋਲ ਕਰੇਗਾ, ਜੋ ਕੁਝ ਪਰਮੇਸ਼ਰ ਕੋ ਮੰਗੇਗਾ ਸੋਈ ਤੈਨੂੰ ਦੇ, ਜੋ ਕੁਝ ਵੀ ਮੰਗੇਗਾ ਸੋਈ ਤੈਨੂੰ ਦੇਵੇਗਾ। ਜਦੋਂ ਅਸੀਂ ਮਨ ਤੇ ਕੰਟਰੋਲ ਕਰਨਾ, ਅੱਖੀਆਂ ਤੇ ਕੰਟਰੋਲ ਕਰਨਾ, ਵਚਨ ਕੀ ਸਮਝਾਉਣਾ ਕਰ ਰਿਹਾ? ਹਾਂਜੀ ਪੜ੍ਹਦੇ ਨੇ 30 ਆਦਮੀ ਪੜ੍ਹਦੇ ਨੇ ਆ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ। ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ। ਬੁੱਲ ਘੁੱਟਣ ਵਾਲਾ ਬੁਲਿਆਈ ਕਰ ਛੱਡਦਾ ਹੈ। ਬੁੱਲ ਘੁੱਟਣ ਵਾਲਾ ਬੁਰਿਆਈ ਕਰਦਾ ਹੈ। ਕਹਿੰਦਾ ਬੁੱਲ ਜਿਹੜਾ ਘੁੱਟਦਾ ਹਮੇਸ਼ਾ ਉਹਦੇ ਮਨ ਦੇ ਵਿਚਾਰ ਟੇਢੇ ਆ। ਕਹਿੰਦਾ ਜੋ ਅੰਦਰ ਹੈ ਸੋ ਕੀ ਹੁੰਦਾ ਹੈ, ਜੋ ਅੰਦਰ ਹੈ ਸੋ ਕੀ ਹੁੰਦਾ ਹੈ, ਜੋ ਅੰਦਰ ਹੈ ਸੋ ਕੀ ਹੁੰਦਾ ਹੈ, ਬਾਹਰ ਹੁੰਦਾ ਹੈ। ਜੋ ਅੰਦਰਲੇ ਕੰਮ ਆ ਉਹ ਬਾਹਰ ਹੁੰਦੇ ਆ। ਔਰ ਵਚਨ ਦੇ ਵਿੱਚ ਚੱਲਦੇ ਆ ਮੱਤੀ ਦੀ ਅੰਜੀਲ, ਉਹਦਾ 12 ਅਧਿਆਏ ਉਹਦੀ 35 ਆਇਤ ਪੜ੍ਹਦੇ ਨੇ। ਵਚਨ ਕੀ ਸਮਝਾਉਣਾ ਕਰ ਰਿਹਾ? ਮੱਤੀ ਦੀ ਅੰਜੀਲ ਉਹਦਾ 12 ਅਧਿਆਏ ਉਹਦੀ 35 ਆਇਤ ਪੜ੍ਹਦੇ ਨੇ। ਵਚਨ ਕੀ ਸਮਝਾ ਰਿਹਾ ਹੈ? ਇਸ ਕਰਕੇ ਜਿਹੜੇ ਸ਼ੈਤਾਨ ਦੇ ਪੁੱਤਰ ਨੇ ਭਲਾ ਮਨੁੱਖ ਭਲੇ ਉਹ ਤੋਬਾ ਕਰਕੇ ਮਸੀਹ ਵੱਲ ਆ ਜਾਣ, ਉਹ ਆਪਣੇ ਮਨ ਨੂੰ ਬਦਲ ਲੈਣ। ਜਦੋਂ ਬਦਲ ਲਵਾਂਗੇ ਤੇ ਸਵਰਗ ਰਾਜ ਲਈ ਤਿਆਰ ਹੋ ਜਾਵਾਂਗੇ। ਸਵਰਗ ਦੇ ਵਿੱਚ ਸਾਡੇ ਲਈ ਪਰਮੇਸ਼ਰ ਨੇ ਜਗ੍ਹਾ ਤਿਆਰ ਕੀਤੀ ਆ, ਤੁਹਾਡੇ ਔਰ ਮੇਰੇ ਲਈ ਪ੍ਰਭੂ ਯਿਸੂ ਮਸੀਹ ਨੇ ਜਗ੍ਹਾ ਤਿਆਰ ਕੀਤੀ ਆ। ਉਸ ਸਥਾਨ ਦੇ ਵਿੱਚ ਔਰ ਤੁਹਾਨੂੰ ਔਰ ਮੈਨੂੰ ਬੁਲਾ ਰਿਹਾ ਹੈ। ਉਹ ਕਹਿ ਰਿਹਾ ਹੈ ਜਿੱਥੇ ਮੈਂ ਹੋਵਾਂਗਾ ਉੱਥੇ ਤੁਸੀਂ ਹੋਵੋਗੇ। ਉਹਦੇ ਵਿੱਚ ਜਾਣ ਦੇ ਲਈ, ਸਵਰਗ ਦੇ ਵਿੱਚ ਪ੍ਰਵੇਸ਼ ਹੋਣ ਦੇ ਲਈ, ਸਵਰਗ ਦੇ ਵਿੱਚ ਜਾਣ ਦੇ ਲਈ ਅੱਜ ਸਾਨੂੰ ਬੁਰੀਆਂ ਆਦਤਾਂ ਛੱਡਣੀਆਂ ਪੈਣਗੀਆਂ, ਬੁਰੀਆਂ ਭਾਵਨਾਵਾਂ ਛੱਡਣੀਆਂ ਪੈਣਗੀਆਂ, ਇਹੋ ਜਿਹੇ ਬੁਰੇ ਧਿਆਨ ਛੱਡਣੇ ਪੈਣਗੇ। ਜਦੋਂ ਅਸੀਂ ਇਹ ਬੁਰੇ ਧਿਆਨ, ਬੁਰਾ ਕੰਮ ਛੱਡ ਦੇਵਾਂਗੇ, ਪ੍ਰਭੂ ਯਿਸੂ ਮਸੀਹ ਦਾ ਵਾਅਦਾ ਹੈ ਯਹੂਨਾ ਦੀ ਇੰਜੀਲ 14 ਅਧਿਆਏ 1 ਤੋਂ ਲੈ ਕੇ 3 ਤੱਕ ਜਦ ਪੜਾਂਗੇ ਨਾ, ਉਹਨੇ ਕਿਹਾ ਮੈਂ ਜਾਂਦਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹਾਂ। ਕੋਈ ਪੈਸਾ ਨਹੀਂ ਆ, ਕੋਈ ਪੈਸਾ ਨਹੀਂ ਲਿਆ हमने। ਅੱਜ ਵੀ ਕਿਤੇ ਵੀ ਫਲੈਟ ਲਈਏ, ਕੋਈ ਵੀ ਪਲਾਟ ਲਈਏ ਜਾਂ ਕਿਤੇ ਵੀ ਰਹੀਏ, ਘਰ ਜਗ੍ਹਾ ਦੇ ਵਿੱਚ ਉੱਥੇ ਪੈਸਾ ਲੱਗਦਾ ਹੈ ਬਣਾਉਣ ਦੇ ਲਈ ਪੈਸਾ। ਇੱਥੇ ਪੈਸਾ ਕੋਈ ਨਹੀਂ ਲੱਗ ਰਿਹਾ। ਉਹਨੇ ਕਿਹਾ ਹੈ ਆਪਣੇ ਬੁਰੇ ਰਾਹਾਂ ਤੋਂ ਮੁੜ ਕੇ ਤੇ ਤੁਸੀਂ ਕੀ ਕਰਨੀ ਆ? ਆਪਣੇ ਬੁਰੇ ਰਾਹਾਂ ਤੋਂ ਮੁੜ ਕੇ ਤੁਸੀਂ ਕੀ ਕਰਨੀ ਆ? ਉਹ ਕਹਿ ਰਿਹਾ ਤੋਬਾ ਕਰੋ, ਜਿਸ ਜਗ੍ਹਾ ਤੇ ਮੈਂ ਜਾਣਾ ਹਾਂ ਤੁਹਾਡੇ ਲਈ ਜਗ੍ਹਾ ਤਿਆਰ ਕਰਦਾ ਹਾਂ। ਜਿੱਥੇ ਮੈਂ ਹੋਵਾਂਗਾ ਕਹਿੰਦਾ ਉੱਥੇ ਕੌਣ ਹੋਵੇਗਾ? ਤੁਸੀਂ ਹੋਵੋਗੇ। ਅੱਜ ਆਪਣੀਆਂ ਆਦਤਾਂ ਨੂੰ ਛੱਡਣਾ ਪੈਣਾ, ਬੁਰੇ ਧਿਆਨਾਂ ਨੂੰ ਛੱਡਣਾ ਪੈਣਾ। ਜਿਹੜੇ ਸੱਪ ਦੇ ਕੰਮ ਆ ਨਾ ਉਹ ਛੱਡਣੇ ਪੈਣੇ ਆ। ਇਹ ਸੱਪ ਦੇ ਕੰਮ ਆ। ਤੇ ਕਹਿੰਦੇ ਆ ਸੱਪ ਨੂੰ ਜਿੰਨਾ ਮਰਜ਼ੀ ਮਿੱਤਰ ਬਣਾ ਲਈਏ, ਜਿੰਨਾ ਮਰਜ਼ੀ ਦੁੱਧ ਪਿਆ ਲਈਏ, ਆਖਰ ਨੂੰ ਕੀ ਮਾਰਦਾ ਹੈ? ਡੰਗ। ਆਖਰ ਨੂੰ ਕੀ ਮਾਰਦਾ ਹੈ? ਡੰਗ। ਡੰਗ ਵੀ ਉਹਨੂੰ ਮਾਰਨਾ ਜਿਹਨੇ ਉਹਨੂੰ ਮਿੱਤਰ ਬਣਾਇਆ। ਇਸ ਕਰਕੇ ਸ਼ੈਤਾਨ ਨੂੰ ਮਿੱਤਰ ਨਾ ਬਣਾਈਏ, ਸ਼ੈਤਾਨ ਨੂੰ ਇਹ ਸਮਾਂ ਨਾ ਦਈਏ। ਇਹ ਖੁੱਲਾ ਸਮਾਂ ਤੁਸੀਂ ਸ਼ੈਤਾਨ ਨੂੰ ਦੇਣ ਦੇ ਜੇ, ਸਮਾਂ ਨਾ ਨੂੰ ਦਈਏ। ਕਿਉਂਕਿ ਪਹਿਲਾ ਪਤਰਸ 5 ਅਧਿਆਇ ਵਿੱਚ ਬਿਆਨ ਕਰਦਾ ਆ, ਕਹਿੰਦਾ ਸ਼ੈਤਾਨ ਗੁਪਤ ਦੇ ਛੀਆਂ ਨੂੰ ਭਜਾ ਫਿਰਦਾ। ਉਹ ਵੇਖ ਰਿਹਾ, ਕਹਿੰਦੀ ਨੇਚਾ ਘੱਟ ਹੁੰਦੀ, ਉਹਨੂੰ ਕੀ ਮੈਂ ਖਾਵਾਂ? ਉਹਨੂੰ ਪਾੜ ਖਾਵਾਂ, ਉਹਨੂੰ ਨੇਚਾ ਤੋਂ ਡੇਗ ਦੇਵਾਂ। ਉਹ ਤੁਹਾਡੀਆਂ ਅੱਖੀਆਂ ਦੇ ਦੁਆਰਾ ਦੇਖ ਸਕਦਾ ਹੈ ਤੁਹਾਨੂੰ, ਤੁਹਾਡੇ ਮਨ ਦੇ ਦੁਆਰਾ ਤੁਹਾਨੂੰ ਦੇਖ ਸਕਦਾ ਹੈ, ਤੁਹਾਡੇ ਚਾਲ ਚੱਲਣ ਦੇ ਦੁਆਰਾ ਤੁਹਾਨੂੰ ਦੇਖ ਸਕਦਾ ਹੈ। ਇਸ ਕਰਕੇ ਤੁਸੀਂ ਧਿਆਨ ਦੇਣਾ ਹੈ ਤੇ ਬਚਣਾ ਹੈ। ਜਦੋਂ ਤੁਸੀਂ ਬਚੋਗੇ, ਪਰਮੇਸ਼ਰ ਦਾ ਵਾਅਦਾ ਹੈ, ਕਹਿੰਦਾ ਤੂੰ ਬਚ ਕੇ ਤੇਰਾ ਘਰਾਣਾ ਕੀ ਹੋਏਗਾ? ਤੂੰ ਬਚ ਕੇ ਤੇਰਾ ਘਰਾਣਾ ਕੀ ਹੋਏਗਾ? ਤੇਰਾ ਘਰਾਣਾ ਕੀ ਹੋਏਗਾ? ਬੱਚਾ ਜਾਵੇਗਾ। ਸਭ ਬੋਲੇਗਾ ਹਾਲੇਲੂਇਆ, ਹਾਲੇਲੂਇਆ। ਪੜ੍ਹਦੇ ਨੇ ਹਾਂ 35 ਪੜ੍ਹਦੇ ਨੇ ਹਾਂ। ਮੱਤੀ ਦੀ ਇੰਜੀਲ ਉਹਦਾ 12 ਅਧਿਆਇ ਦੀ 35 ਪੜ੍ਹਦੇ ਨੇ ਹਾਂ। ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਚੰਗੇ ਹੈ। ਮਨੁੱਖ ਦਾ ਵੇਖੋ ਵਿਚਾਰ ਹੈ, ਚੰਗੇ ਮਨੁੱਖ ਦਾ ਵਿਚਾਰ ਵੇਖੋ ਤੇ ਬੁਰੇ ਮਨੁੱਖ ਦਾ ਵਿਚਾਰ ਵੇਖੋ। ਬੁਰੇ ਮਨੁੱਖ ਦੇ ਜਿਹੜੇ ਮਨ ਦੇ ਵਿਚਾਰ ਕਿਤੇ ਗਲਤ ਆ, ਉਹ ਟੇਢਾ ਟੇਢਾ ਕੰਮ ਸੋਚਦਾ ਹੈ, ਟੇਢੀ ਟੇਢੀ ਨਿਗਾਹ ਨਾਲ ਵੇਖਦਾ ਹੈ ਔਰ ਉਹਦੇ ਬੁਰੇ ਕੰਮ ਵੇਖੋ। ਤੇ ਚੰਗੇ ਮਨੁੱਖ ਦੇ ਕੰਮ ਵੇਖੋ। ਚੰਗਾ ਮਨੁੱਖ, ਭਲਾ ਮਨੁੱਖ ਆਪਣੇ ਭਲੇ ਖਜ਼ਾਨੇ ਦੇ ਵਿੱਚੋਂ ਭਲੀਆਂ ਹੀ ਗੱਲਾਂ ਕੱਢਦਾ। ਇਹ ਖਜ਼ਾਨਾ ਹੈ, ਇਹ ਖਜ਼ਾਨਾ ਹੈ। ਜਿਹੜਾ ਖਜ਼ਾਨਾ ਇਹ ਹੈ ਉਹਦੇ ਨਾਲ ਦਾ ਕੋਈ ਖਜ਼ਾਨਾ ਨਹੀਂ ਹੈਗਾ। ਤੁਸੀਂ ਇੱਕ ਡਰਮ ਵਿੱਚ 20 ਬੋਰੀਆਂ ਭਰ ਸਕਦੇ ਜੇ, ਉਹ ਇੱਕ ਸਾਲ ਵਿੱਚ ਖਾ ਸਕਦੇ ਜੇ। ਇਸ ਖਜ਼ਾਨੇ ਵਿੱਚ ਭਰੀਆਂ ਹੋਈਆਂ ਗੱਲਾਂ ਤੇ ਇੱਕ ਦਿਨ ਤੁਹਾਡਾ ਨਿਆਂ ਕਰਾਉਣਗੀਆਂ। ਇਹ ਤੁਹਾਡਾ ਖਹਿੜਾ ਛੱਡਦੀਆਂ ਇਹਨੇ ਨਹੀਂ ਤੇ ਖਹਿੜਾ ਛੱਡਣਾ। ਜੇਕਰ ਤੁਸੀਂ ਬੁਰਾ ਬੀਜਿਆ ਤੇ ਬੁਰਾ ਵੱਢਣਾ ਪਵੇਗਾ।
ਇੱਥੇ ਇਨਸਾਨ ਕਹਿ ਦਿੰਦੇ ਆ ਧਰਤੀ ਤੋਂ ਚਲਾਣਾ ਕਰ ਗਿਆ, ਕਰ ਜਾਵੇ, ਪਰ ਉਹਦੇ ਕੰਮ ਉਹਦੇ ਨਾਲ ਜਾਣਗੇ, ਕੰਮ ਉਹਦੇ ਨਾਲ ਜਾਣਗੇ। ਜੋ ਉਸਨੇ ਬੀਜਿਆ ਸੋ ਉਸ ਨੂੰ ਵੱਢਣਾ ਪਵੇਗਾ, ਵੱਢਣਾ ਪਵੇਗਾ ਉਹਨੂੰ। ਕਹਿੰਦਾ ਵੇਖ ਭਲਾ ਇਨਸਾਨ, ਚੰਗਾ ਇਨਸਾਨ ਆਪਣੇ ਭਲੇ ਖਜ਼ਾਨੇ ਵਿੱਚੋਂ ਚੰਗੀਆਂ ਹੀ ਗੱਲਾਂ, ਜਿਹੜਾ ਤੇ ਕਿਸੇ ਨੂੰ ਵਚਨ ਦੱਸਦਾ ਹੈ, ਜਿਹੜਾ ਕਿਸੇ ਨੂੰ ਵਚਨ ਦੇ ਦੁਆਰਾ ਬਚਾਉਂਦਾ ਹੈ, ਪ੍ਰਾਰਥਨਾ ਕਰਕੇ ਕਿਸੇ ਨੂੰ ਬਚਾਉਂਦਾ ਹੈ, ਹਰ ਬੁਰੇ ਕੰਮਾਂ ਤੋਂ ਕਿਸੇ ਨੂੰ ਜਾਗਰਤ ਕਰਵਾਉਂਦਾ ਹੈ, ਉਹਨੂੰ ਬਚਾਉਂਦਾ ਹੈ, ਹਰ ਇੱਕ ਦਾ ਧਿਆਨ ਬੁਰਾ ਜਿਹੜਾ ਹੈਗਾ ਉਹਦੇ ਤੋਂ ਉਸ ਨੂੰ ਮੋੜ ਕੇ ਲੈ ਕੇ ਆਉਂਦਾ ਹੈ। ਇਹ ਹੈ ਚੰਗਾ ਖਜ਼ਾਨਾ, ਇਹ ਹੈ ਚੰਗਾ ਖਜ਼ਾਨਾ। ਤੇ ਜਿਹਦੇ ਖਜ਼ਾਨੇ ਵਿੱਚ ਬੁਰੀਆਂ ਭਾਵਨਾਵਾਂ ਆਈਆਂ, ਬੁਰੇ ਵਿਚਾਰ ਹੋਏ, ਉਹ ਖਜ਼ਾਨਾ ਕਿਹੜਾ ਹੈ? ਤੂੜੀ ਦਾ, ਤੂੜੀ ਦਾ ਭਰਿਆ। ਤੂੜੀ ਦਾ ਤੇ ਕਣਕ ਦਾ ਕੋਈ ਮੇਲ ਹੈਗਾ? ਤੂੜੀ ਦਾ ਤੇ ਕਣਕ ਦਾ ਕੋਈ ਮੇਲ ਹੈਗਾ? ਕਿਉਂ ਨਹੀਂ ਹੈਗਾ? ਤੂੜੀ ਜਿਹੜੀ ਹੈ ਡੰਗਰਾਂ ਤੇ ਪਸ਼ੂਆਂ ਦੇ ਕੰਮ ਹੁੰਦੀ ਆ, ਕਣਕ ਜਿਹੜੀ ਮਨੁੱਖ ਵੀ ਖਾ ਸਕਦੇ ਤੇ ਪਸ਼ੂ ਵੀ ਉਹ ਵੀ ਖਾ ਸਕਦੇ ਆ। ਇਹਦਾ ਭਲਾ ਇਨਸਾਨ, ਚੰਗੀ ਗੱਲ ਤੇ ਆ ਭਲਾ ਮਨੁੱਖ, ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ। ਇਸ ਕਰਕੇ ਇਸ ਖਜ਼ਾਨੇ ਵਿੱਚੋਂ ਕਿਹੋ ਜਿਹੀਆਂ ਗੱਲਾਂ ਕੱਢਣੀਆਂ? ਕਿਸੇ ਨੂੰ ਪ੍ਰਾਰਥਨਾ ਦੇ ਦੁਆਰਾ ਕੀ ਕਰਨਾ ਹੈ? ਹਾਂਜੀ ਮੇਰੀਆਂ ਭੈਣਾਂ ਜਿਹੜੀਆਂ ਬਾਸੀਆਂ ਲਾ ਰਹੀਆਂ, ਜ਼ੋਰ ਨਾਲ ਬੋਲਣਾ ਹਾਲੇਲੂਇਆ। ਮੈਂ ਕਿਹਾ ਜਿਹੜੀਆਂ ਬਾਸੀਆਂ ਲਾ ਰਹੀਆਂ ਐਡੀ ਛੇਤੀ ਸੌਂਗੇ ਜੇ? ਜਿਹੜੇ ਸੌਂਗੇ ਆ ਜ਼ੋਰ ਨਾਲ ਬੋਲਣਗੇ ਹਾਲੇਲੂਇਆ। ਮੈਂ ਕਿਹਾ ਜਿਹੜੇ ਸੌਂਗੇ ਆ ਫਿਰ ਵੀ ਜੇ ਸੌਂਗੇ ਜੇ, ਜਿਹੜੇ ਜਾਗਦੇ ਆ ਜ਼ੋਰ ਨਾਲ ਬੋਲਣਗੇ ਹਾਲੇਲੂਇਆ। ਜਿਹੜੇ ਬੁਰੇ ਲੋਕ ਆ ਉਹ ਕੰਮਾਂ ਤੋਂ, ਉਹਨਾਂ ਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਹੈ, ਤੇ ਜਿਹੜੇ ਚੰਗੇ ਮਨੁੱਖ ਆ ਉਹਨਾਂ ਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਹੈ। ਭਲਾ ਮਨੁੱਖ, ਭਲੇ ਖਜ਼ਾਨੇ ਵਿੱਚ ਇਹਨੂੰ ਖਜ਼ਾਨਾ ਕਿਹਾ ਗਿਆ ਹੈ, ਖਜ਼ਾਨਾ ਕਿਹਾ ਗਿਆ। ਜਦੋਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰੋਗੇ, ਏਟੀਐਮ ਪਾਓਗੇ, ਏਟੀਐਮ ਦੇ ਦੁਆਰਾ ਉਹਨੇ ਪੈਸੇ ਨਿਕਲਣਗੇ ਜਿੰਨੇ ਤੁਸੀਂ ਕੀ ਕਰਾਏ ਹੋਣਗੇ। ਜੇਕਰ ਤੁਸੀਂ ਇਹਦੇ ਅੰਦਰ ਚੰਗੇ ਕੰਮ ਪੈਦਾ ਕੀਤੇ ਹੋਏ, ਚੰਗੇ ਗੁਣ ਇਹਦੇ ਅੰਦਰ ਰੱਖੇ ਹੋਏ, ਤੇ ਜਦ ਪਰਮੇਸ਼ਰ ਲੇਖਾ ਮੰਗੇਗਾ, ਏਟੀਐਮ ਲਾਵੇਗਾ, ਤੇ ਉਹ ਚੰਗੇ ਤੁਹਾਡੇ ਕੰਮ ਪ੍ਰਗਟ ਹੋ, ਤੇ ਕੰਮਾਂ ਦੇ ਆਧਾਰ ਤੇ ਤੁਸੀਂ ਸਵਰਗ ਪਹੁੰਚ, ਕੰਮਾਂ ਦੇ ਆਧਾਰ ਤੇ ਤੁਸੀਂ ਸਵਰਗ ਪਹੁੰਚ, ਤੇ ਕੰਮਾਂ ਦੇ ਆਧਾਰ ਤੇ ਨਰਕ ਵਿੱਚ ਪਹੁੰਚ। ਏਟੀਐਮ ਲਾਉਣਾ ਹੈ, ਲਾਉਣਾ ਪੈਣਾ ਉਹਨੂੰ। ਇਸ ਕਰਕੇ ਆਪਣੇ ਵਿਚਾਰ ਜਿਹੜੇ ਆ ਬੁਰੇ ਵਿਚਾਰਾਂ ਨੂੰ ਛੱਡ ਦਈਏ, ਚੰਗੇ ਵਿਚਾਰ ਆਪਣੇ ਮਨ ਵਿੱਚ ਧਾਰਨ ਕਰੀਏ, ਪੈਦਾ ਕਰੀਏ। ਕਹਿੰਦੇ ਭਲਾ ਮਨੁੱਖ ਭਲੇ ਖਜ਼ਾਨੇ ਚੋਂ ਭਲੀਆਂ ਹੀ ਗੱਲਾਂ, ਭਲਾ ਮਨੁੱਖ ਭਲੇ ਖਜ਼ਾਨੇ ਚੋਂ ਭਲੀਆਂ ਹੀ ਗੱਲਾਂ, ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਹੀ ਗੱਲਾਂ। ਕਹਿੰਦਾ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਕਹਿੰਦਾ ਚੰਗਾ ਬਣ ਜਾ, ਸਹੀ ਬਣ ਜਾ। ਜਿਹੜਾ ਬੁਰਾ ਮਨੁੱਖ ਹੈ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਅੱਗੇ ਪੜ੍ਹਦੇ ਆ, ਅੱਗੇ ਪੜ੍ਹ ਦਈਏ। ਪਰ ਮੈਂ ਤੁਹਾਨੂੰ ਆਖਦਾ ਹਾਂ, ਪਰ ਮੈਂ ਇਹ ਗੱਲਾਂ ਤੁਹਾਨੂੰ ਆਖਦਾ ਹਾਂ, ਭਾਈ ਮਨੁੱਖ ਹਰੇਕ ਅਕਾਰਥ ਗੱਲ, ਹਰੇਕ ਅਕਾਰਥ ਵਿਅਰਥ ਗੱਲ, ਅਕਾਰਥ ਵਿਅਰਥ ਗੱਲ ਜਿਹੜੀ ਬੋਲਦਾ ਹੈ, ਬਿਨ ਸੋਚਣ ਤੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਕਰਦੀਆਂ। ਆਓ ਪੜ੍ਹ ਕੇ ਵੇਖਦੇ ਹਾਂ ਕਿੱਥੇ ਲਿਖਿਆ ਵਚਨ ਦੇ ਵਿੱਚ। ਕਿਸੇ ਨੂੰ ਯਾਦ ਹੈ? ਕਿਸੇ ਨੂੰ ਕੁਝ ਯਾਦ ਹੈ? ਬਿਨ ਬੋਲਣ ਤੇ ਸੋਚਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਕਰਦੀਆਂ। ਕਿਸੇ ਨੂੰ ਕੁਝ ਯਾਦ ਹੈ? ਕਹਾਵਤਾ ਉਹਦਾ 12 ਅਧਿਆਏ ਉਹਦੀ 18 ਐਤ ਪੜ੍ਹ ਕੇ ਵੇਖ ਲੈਨੇ ਹਾਂ, ਉੱਥੇ ਵਚਨ ਕੀ ਸਮਝਾਉਣਾ ਕਰ ਰਿਹਾ ਹੈ। 12 ਦੀ 18 ਪੜ੍ਹ ਲੈਨੇ ਹਾਂ, ਵਚਨ ਕੀ ਕਹਿ ਰਿਹਾ ਹੈ। ਉਸ ਤੋਂ ਬਾਅਦ ਇਸੇ ਅਰਥ ਉੱਤੇ ਆਵਾਂਗੇ। ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ, ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। ਹਰੇਕ ਇਨਸਾਨ ਜਿਹੜਾ ਅਕਾਰਥ ਵਿਅਰਥ ਗੱਲ ਬੋਲਦਾ ਹੈ, ਉਹਦੀਆਂ ਗੱਲਾਂ ਦੇ ਅਨੁਸਾਰ ਉਸਦਾ ਨਿਆਂ ਕੀਤਾ ਜਾਵੇਗਾ। ਆਓ ਪੜ੍ਹ ਕੇ ਵੇਖਦੇ ਵਚਨ ਕੀ ਸਮਝਾਉਣਾ ਕਰ ਰਿਹਾ ਹੈ। ਕਹਾਵਤਾਂ 12 ਅਧਿਆਏ ਇਹਦੀ 18 ਪੜ੍ਹਦੇ ਨੇ ਹਾਂ। ਬੇਸੋਚੇ ਬੋਲਣ ਵਾਲੇ ਦੀਆਂ ਬਿਨ ਗੱਲਾਂ, ਸੋਚਣ ਤੇ ਬੋਲਣ ਵਾਲੇ ਦੀਆਂ, ਜਿਹਨੇ ਨਾ ਤੇ ਸੋਚਿਆ, ਜੋ ਮੂੰਹ ਚਾਹ ਦਵਾ ਦਵ ਕੱਢ ਦਿੱਤਾ। ਕਈਆਂ ਦਵਾ ਦਵ ਗਾਲ ਹੀ ਕੱਢ ਦਿੱਤੀ, ਤੇ ਗਾਲ ਨੇ ਕਥਾ ਪਰ ਬਚਾ। ਪਹਿਲੋਂ ਗਮਟਾਲੇ ਪਹੁੰਚਾਉਂਦੀ, ਹੁਣ ਕਿੱਥੇ ਪਹੁੰਚਾਉਂਦੀ ਆ? ਗਾਂ ਚਲ ਗਈ ਜੇਲ੍ਹ, ਜੇਲ੍ਹ ਗਾਂ ਚਲ ਗਈ। ਇਹਦਾ ਬਿਨ ਸੋਚਣ ਤੇ ਬੋਲਣ ਵਾਲੇ ਦੀਆਂ ਗੱਲਾਂ ਕਿਸ ਤਰ੍ਹਾਂ ਵੱਢ ਕੇ ਰੱਖ ਦਿੰਦੀਆਂ ਆ, ਕਿਸ ਤਰ੍ਹਾਂ ਵੱਢ ਕੇ ਰੱਖ ਦਿੰਦੀਆਂ ਆ। ਇਸ ਕਰਕੇ ਸੋਚੀਏ, ਸਮਝੀਏ, ਵਿਚਾਰੀਏ, ਤੇ ਫਿਰ ਮੁੱਖ ਦੇ ਵਿੱਚੋਂ ਬੋਲ ਕੱਢੀਏ, ਬੋਲੀਏ। ਪਹਿਲੋਂ ਸੋਚੀਏ, ਪਹਿਲਾਂ ਸੋਚੀਏ। ਸੋਚਣ ਦੇ ਨਾਲ ਜਦੋਂ ਤੁਸੀਂ ਚੰਗਾ ਸੋਚੋਗੇ, ਉਹ ਤੁਹਾਡੇ ਮੁਖ ਦੇ ਵਿੱਚੋਂ ਬਾਹਰ ਆ ਜਾਵੇਗਾ। ਜੇਕਰ ਤੁਸੀਂ ਬੁਰਾ ਸੋਚਿਆ, ਉਹ ਤੁਹਾਡੇ ਮੂੰਹ ਦੇ ਵਿੱਚੋਂ ਆਟੋਮੈਟਿਕਲੀ ਫਿਸਲ ਕੇ ਬਾਹਰ ਆ ਜਾਵੇਗਾ। ਜੋ ਤੁਹਾਡੇ ਵਿਚਾਰ ਨੇ, ਬੁਰੇ ਵਿਚਾਰ ਆ, ਉਹ ਬੁਰਾ ਹੀ ਅੰਦਰੋਂ ਪ੍ਰਗਟ ਹੋਵੇਗਾ। ਚੰਗਾ ਵਿਚਾਰ ਆ, ਚੰਗਾ ਹੀ ਪ੍ਰਗਟ ਹੋਵੇਗਾ। ਕਹਿੰਦਾ ਬਿਨ ਸੋਚਣ, ਬਿਨ ਕਹਿੰਦਾ ਜਿਹਨੇ ਸੋਚਿਆ ਤੇ ਵਿਚਾਰਿਆ ਨਹੀਂ ਆ, ਬਿਨ ਸੋਚਣ ਤੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਨੂੰ ਕਰ ਦਿੰਦੀਆਂ।
ਕੰਟਰੋਲ ਕਰਨਾ ਪਵੇਗਾ। ਸਵਰਗ ਰਾਜ ਵਿੱਚ ਜਾਣ ਦੇ ਲਈ ਸਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪਵੇਗਾ। ਅੱਜ ਵੀ ਅਸੀਂ ਕਿਸੇ ਦੇ ਘਰਾਂ ਪਰਿਵਾਰਾਂ ਵਿੱਚ ਜਾਈਏ, ਗਿਆਨਵਾਨਾ ਜੈਸੀ ਨਿਗਾਹ ਸਾਡੀ ਆਪਣੀ ਭੈਣ ਤੇ ਆ, ਇਹੋ ਜਿਹੀ ਨਿਗਾਹ ਕਿਸੇ ਹੋਰ ਤੇ ਵੀ, ਜਿਹੋ ਜਿਹੀ ਨਿਗਾਹ ਸਾਡੀ ਆਪਣੀ ਮਾਂ ਤੇ ਆ, ਉਹੋ ਜਿਹੀ ਨਿਗਾਹ ਹੋਰਾਂ ਦੀ ਮਾਂ ਤੇ ਵੀ ਹੋਣੀ ਚਾਹੀਦੀ ਹੈ। ਐਸੇ ਵਿਚਾਰ ਮਨ ਵਿੱਚ ਧਾਰਨ ਕਰ ਲਈਏ। ਜਿਹੜਾ ਪਰਮੇਸ਼ਰ ਦੇ ਵਚਨ ਨੂੰ ਮੰਨਦਾ, ਪਰਮੇਸ਼ਰ ਨੇ ਗੱਲ ਕਹਿਤੀ ਆ, ਜਿਹੜਾ ਇਸ ਹੈਕਲ ਦਾ ਨਾਸ਼ ਕਰੇਗਾ, ਮੈਂ ਉਹਦਾ ਕੀ ਕਰ ਦੇਵਾਂਗਾ? ਨਾਸ਼ ਕਰ ਉਹਦਾ ਕੀ ਕਰ ਦੇਵਾਂਗਾ? ਨਾਸ਼। ਵਿਚਾਰ ਸਹੀ ਬਣਾਈਏ, ਬਿਨ ਸੋਚੀ। ਕਈ ਲੋਕ ਸੋਚਦੇ ਨਹੀਂ ਤੇ ਗੱਲਾਂ ਕਰ ਦਿੰਦੇ ਆ, ਸਮਝਦੇ ਨਹੀਂ ਆ ਅਸੀਂ ਕੀ ਕਰਨ ਲੱਗੇ ਆ, ਕਿਹੜਾ ਕਦਮ ਚੁੱਕਣ ਲੱਗੇ ਆ, ਕਿਹੜਾ ਸਟੈਪ ਸਾਡੇ ਲਈ ਇੱਕ ਨਾਸ਼ ਦਾ ਕਾਰਨ ਬਣ ਜਾਵੇਗਾ। ਜੇ ਅੱਖ ਦੇ ਨਾਲ ਬੁਰਾ ਵੇਖਿਆ ਸਾਡਾ ਨਾਸ਼ ਹੋ ਜਾਵੇਗਾ। ਪ੍ਰਭੂ ਨੇ ਤੇ ਗੱਲ ਕਹੀ ਆ, ਤੂੰ ਬਚ ਤੇ ਤੇਰਾ ਘਰਾਣਾ ਬਚਾਇਆ ਜਾਵਾ। ਇੱਕ ਦੀ ਖਾਤਰ ਘਰ ਗਰਕ ਵੀ ਸਕਦਾ ਹੈ, ਇੱਕ ਦੀ ਖਾਤਰ ਘਰ ਗਰਕ ਵੀ ਸਕਦਾ ਹੈ, ਘਰ ਨਾਸ਼ ਵੀ ਹੋ ਸਕਦਾ ਹੈ, ਘਰ ਨਾਸ਼ ਵੀ ਹੋ ਸਕਦਾ ਹੈ। ਇੱਕ ਵਾਰ ਦੀ ਗੱਲ ਹੈ, ਤਿੰਨ ਮਿੱਤਰ ਸਨ। ਇੱਕ ਵਾਰ ਦੀ ਗੱਲ ਹੈ, ਤਿੰਨ ਮਿੱਤਰ ਸਨ, ਰੇੜੇ ਦੇ ਉੱਤੇ ਬੈਠੇ ਸਨ। ਰਾਹ ਰਸਤੇ ਦੇ ਵਿੱਚ ਜਾਂਦਿਆਂ ਉਹਨਾਂ ਨੂੰ ਕਾਫੀ ਹਨੇਰਾ ਹੋ ਗਿਆ। ਹਨੇਰਾ ਹੋਣ ਦੇ ਨਾਲ ਮੀਂਹ ਤੇ ਝੱਖੜ ਜਿਹੜਾ ਚੱਲਣਾ ਚਾਲੂ ਹੋ ਗਿਆ। ਮੀਂਹ ਤੇ ਝੱਖੜ ਜਿਹੜਾ ਚੱਲਣਾ ਚਾਲੂ ਹੋ ਗਿਆ। ਉੱਥੇ ਕਹਿਣ ਲੱਗੇ ਪਰਮੇਸ਼ਰ ਨੂੰ, ਕਹਿਣ ਲੱਗੇ ਪਰਮੇਸ਼ਰ ਸਾਨੂੰ ਇੱਕ ਵਾਰੀ ਘਰ ਜਾ ਲੈਂਦੇ, ਸਾਨੂੰ ਇੱਕ ਵਾਰੀ ਘਰ ਜਾ ਲੈਂਦੇ। ਪਰ ਪਰਮੇਸ਼ਰ ਨੇ ਆਵਾਜ਼ ਦਿੱਤੀ ਆ, ਉਹਨੇ ਕਿਹਾ ਜੇਕਰ ਤੁਸੀਂ ਘਰ ਜਾਣਾ ਚਾਹੁੰਦੇ ਜੇ, ਸਹੀ ਸਲਾਮਤ ਜਾਣਾ ਚਾਹੁੰਦੇ ਜੇ, ਇੱਥੇ ਤੁਹਾਡਾ ਰੇੜਾ ਲੱਗਾ ਹੈ, ਖਲੋਤੇ ਤੁਸੀਂ ਜੇ, ਪਹਿਲਾਂ ਉਸ ਪੇੜ ਨੂੰ, ਦਰਖਤ ਨੂੰ ਇੱਕ ਜਣਾ ਹੱਥ ਲਾ ਕੇ ਆਵੇ। ਉਹ ਹੱਥ ਲਾਓਗੇ ਫਿਰ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਤੁਸੀਂ ਤਿੰਨੇ ਜਾਓਗੇ ਤੇ ਫਿਰ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਆ। ਉਹਨਾਂ ਦੇ ਮਨਾਂ ਦੇ ਵਿਚਾਰ ਹੋਏ ਭਈ ਜੇਕਰ ਅਸੀਂ ਰੇੜਾ ਛੱਡ ਕੇ ਚਲੇ ਗਏ, ਕਿਤੇ ਰੇੜਾ ਨਾ ਭੱਜ ਜਾਵੇ, ਕਿਤੇ ਸਾਨੂੰ ਰੇੜਾ ਛੱਡ ਨਾ ਜਾਵੇ। ਉਹ ਇੱਕ ਜਣਾ ਕੀ ਕਹਿੰਦਾ ਮੈਂ ਰੇੜੇ ਤੇ ਬਹਿਣਾ, ਤੂੰ ਪਹਿਲਾਂ ਹੱਥ ਤੂੰ ਲਾ ਕੇ ਆ, ਫਿਰ ਮੈਂ ਲਾ ਕੇ ਆਵਾਂਗਾ। ਉਹ ਕਹਿੰਦਾ ਤੂੰ ਜਾ, ਮੈਂ ਫਿਰ ਆਉਣਾ ਆ। ਇੱਕ ਇੱਕ ਕਰਕੇ ਹੱਥ ਲਾਉਣ ਲੱਗੇ। ਉਹਦੇ ਧਿਆਨ ਦੇ ਕੇ ਸੁਣਿਓ, ਤਿੰਨ ਜਣੇ ਸਨ। ਇੱਕ ਜਣਾ ਪਹਿਲੋਂ ਗਿਆ ਦਰਖਤ ਨੂੰ ਹੱਥ ਲਾਉਣਾ, ਤੇ ਜਿਹੜਾ ਰੇੜੇ ਦੇ ਵਿੱਚ ਬੈਠਾ ਆ, ਇੱਕ ਜਣਾ ਉਹਦੇ ਵਿੱਚ ਧਰਮੀ ਸੀ। ਇੱਕ ਜਣਾ ਧਰਮੀ ਸੀ। ਬਿਜਲੀ ਗੜਕ ਰਹੀ ਆ, ਬਿਜਲੀ ਉਹ ਪਾਣਾ ਚਾਹੁੰਦੀ ਆ, ਬਿਜਲੀ ਉਹਨਾਂ ਨੂੰ ਪਾਣਾ ਚਾਹੁੰਦੀ ਆ। ਉਹਦੇ ਵਿੱਚ ਇੱਕ ਜਣਾ ਧਰਮੀ ਆ, ਉਹਦੇ ਵਿੱਚ ਇੱਕ ਜਣਾ ਜਿਹੜਾ ਧਰਮੀ ਆ, ਉਹ ਰੇੜੇ ਤੇ ਬੈਠਾ ਆ। ਉਹ ਚਾਹੁੰਦਾ ਸੀ ਭਈ ਜਿਹੜੇ ਮੈਂ ਹੁਣ ਇਹਨਾਂ ਤਿੰਨਾਂ ਨੂੰ ਖਤਮ ਕਰਨਾ ਆ। ਪਰ ਜਦੋਂ ਇੱਕ ਜਣਾ ਜਾਂਦਾ ਆ ਪੇੜ ਨੂੰ ਹੱਥ ਲਾ ਕੇ ਤੇ ਆ ਜਾਂਦਾ ਆ, ਦੂਸਰਾ ਜਾਂਦਾ ਆ ਉਹ ਆ ਜਾਂਦਾ ਆ, ਤੇ ਜਦੋਂ ਤੀਸਰਾ ਜਾਂਦਾ ਜਿਹੜਾ ਧਰਮੀ ਬੰਦਾ ਜਾਂਦਾ ਆ, ਜਦੋਂ ਜਾਂਦਾ ਆ ਉਹ ਆ ਗਿਆ। ਜਦੋਂ ਰਸਤੇ ਦੇ ਵਿੱਚ ਆ ਗਿਆ, ਦੋਵਾਂ ਜਣਿਆਂ ਨੂੰ ਬਿਜਲੀ ਨੇ ਖਾ ਲਿਆ। ਇੱਕ ਧਰਮੀ ਹੋਣ ਦੇ ਕਾਰਨ ਦੋਵਾਂ ਦੀ ਜਾਨ ਕੀ ਸੀ? ਇੱਕ ਧਰਮੀ ਹੋਣ ਦੇ ਕਾਰਨ ਦੋਵਾਂ ਦੀ ਜਾਨ ਕੀ ਸੀ? ਬਚਾਈ ਜਾਂਦੀ ਸੀ। ਪਰ ਜਦੋਂ ਇਸੇ ਟਾਈਮ ਹੀ ਉਹ ਜਦੋਂ ਹੱਥ ਲਾ ਕੇ ਰਸਤੇ 'ਚ ਮੁੜ ਰਿਹਾ ਆ ਰਿਹਾ, ਤੇ ਉਸੇ ਟਾਈਮ ਉਹਦੀ ਜਾਨ ਦੋਵਾਂ ਦੀ ਕੀ ਹੋ ਗਈ? ਉਹਦੇ ਕਰਕੇ ਉਹਨਾਂ ਦੀ ਜਾਨ ਬਚੀ ਸੀ। ਉਹ ਚਾਹੁੰਦਾ ਸੀ ਇਹ ਧਰਮੀ ਬੰਦਾ ਅੱਡ ਹੋਵੇ, ਇਹ ਧਰਮੀ ਬੰਦਾ ਇਹਨਾਂ ਤੋਂ ਅੱਡ ਹੋਵੇ, ਮੈਂ ਇਹਨਾਂ ਨੂੰ ਅੱਜ ਖਤਮ ਕਰਨਾ, ਕਿਉਂਕਿ ਇਹ ਸ਼ੈਤਾਨ ਦਾ ਪੁੱਤਰ ਆ। ਜਦ ਵੀ ਧਰਮੀ ਬੰਦਾ ਅੱਡ ਹੋ ਜਾਂਦਾ, ਉਹਨਾਂ ਘਰਾਂ ਤੇ ਕੀ ਬਣ ਜਾਂਦੀਆਂ ਨੇ। ਅੱਜ ਵੀ ਹੋ ਸਕਦਾ, ਮੈਂ ਨਹੀਂ ਜਾਣਦਾ, ਤੁਸੀਂ ਖੁਦ ਜਾਣਦੇ ਹੋਵੋਗੇ ਵੀ ਹੋ ਸਕਦਾ ਤੁਹਾਡੇ ਇੱਕ ਦੇ ਕਰਕੇ, ਪ੍ਰਾਰਥਨਾ ਕਰਨ ਦੇ ਕਰਕੇ ਤੁਹਾਡਾ ਸਾਰਾ ਘਰ ਬਚਦਾ ਜਾਂਦਾ ਹੋਵੇ। ਹੋ ਸਕਦਾ ਇੱਕ ਦੇ ਕਰਕੇ ਸਾਰੇ ਘਰ ਤੇ ਆਫਤ ਪਈ ਹੋਵੇ। ਆਪਣੇ ਆਪ ਨੂੰ ਸੰਭਾਲੀਏ, ਆਪਣੇ ਆਪ ਤੇ ਧਿਆਨ ਕਰੀਏ, ਆਪਣੇ ਆਪ ਤੇ ਗੌਰ ਕਰੀਏ। ਕਿਤੇ ਸਾਡੇ ਕੋਲ ਕਮੀ ਤਾਂ ਨਹੀਂ ਰਹਿ ਗਈ, ਕਿਤੇ ਸਾਡੇ ਵਿਚਾਰ ਬੁਰੇ ਤਾਂ ਨਹੀਂ, ਸਾਡੇ ਧਿਆਨ ਬੁਰੇ ਤਾਂ ਨਹੀਂ, ਸਾਡਾ ਚਾਲ ਚੱਲਣ ਕਿਤੇ ਬੁਰਾ ਤਾਂ ਨਹੀਂ। ਇੱਕ ਦੇ ਕਾਰਨ ਬਹੁਤਿਆਂ ਦੀ ਜਾਨ ਬਚ ਜਾਂਦੀ ਆ, ਤੇ ਇੱਕ ਦੇ ਕਾਰਨ ਬਹੁਤਿਆਂ ਦੀ ਜਾਨ ਦਾ ਨੁਕਸਾਨ ਵੀ ਹੋ ਜਾਂਦਾ। ਇੱਕ ਘਰ ਦੇ ਵਿੱਚ ਸ਼ਰਾਬੀ ਹੋਵੇ ਤੇ 7 ਸੋਫੀ ਹੋਣ ਨਾ, ਇੱਕ ਘਰ ਦੇ ਵਿੱਚ ਸ਼ਰਾਬੀ ਹੋਵੇ ਤੇ 7 ਸੋਫੀ ਹੋਣ ਨਾ, ਤੇ 7 ਨੂੰ ਵੀ ਚੰਗੀ ਤਰ੍ਹਾਂ ਰੋਟੀ ਖਾਧੀ ਜਾਂਦੀ, ਉਹਨਾਂ ਕੋਲ ਨਹੀਂ ਖਾਧੀ ਜਾਂਦੀ। ਮਾਫ ਕਰਨਾ, ਤਜਰਬੇ ਆ, ਮੈਂ ਵੀ ਪੀਂਦਾ ਰਿਹਾ, ਮੈਂ ਗਵਾਹੀ ਵੀ ਦੇ ਦੇਣਾ, ਮੈਂ ਵੀ ਪੀਂਦਾ ਰਿਹਾ। ਮੈਂ ਸਗੋਂ ਆਪਣੀ ਵਾਈਫ ਨੂੰ ਕਹਿਣਾ, ਤੂੰ ਇੰਜ ਕਰਿਆ ਕਰ, ਮੇਰੇ ਸਿਰ 'ਚ ਸਾਰੀ ਰਾਤ ਕੀ ਪਾਉਂਦੀ ਰਿਹਾ ਕਰ, ਮੈਂ ਮਰਨਾ ਚਾਹੁੰਦਾ, ਕਿਉਂਕਿ ਮੇਰੇ ਸਿਰ ਤੇ ਇੰਨਾ ਕੁ ਜ਼ਿਆਦਾ ਕਰਜ਼ਾ ਤੇ ਬੋਝ ਬਣ ਗਿਆ, ਮੈਂ ਮਰਨਾ ਚਾਹੁੰਦਾ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ, ਸੰਤਾਂ ਦਾ ਧੰਨਵਾਦ ਕਰਦਾ, ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਪਰਮੇਸ਼ਰ ਦੀ ਵਡਿਆਈ ਆ ਇਹਦੇ ਵਿੱਚ, ਔਰ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਨੇ ਤੁਹਾਡੀਆਂ ਦੁਆਵਾਂ ਦੇ ਸਦਕੇ, ਔਰ ਮੈਨੂੰ ਮੇਰੀ ਪਤਨੀ ਦੀ ਦੁਆ ਦੇ ਸਦਕੇ, ਮੇਰੇ ਸੰਤਾਂ ਦੀ ਦੁਆ ਦੇ ਸਦਕੇ ਅੱਜ ਮੈਨੂੰ ਜਿਉਂਦਾ ਰੱਖਿਆ ਤੇ ਅੱਜ ਇਸ ਮੁਕਾਮ ਤੇ ਲੈ ਕੇ ਆਂਦਾ ਹੈ। ਉਹ ਸਿਰਫ ਇੱਕ ਹੀ ਜਾਣੇ ਕਰਕੇ, ਸਿਰਫ ਸਾਡੇ ਪਿਤਾ ਜੀ ਜਿਹੜੇ ਪ੍ਰਾਰਥਨਾ ਕਰਦੇ ਸੀ, ਇੱਕ ਦੇ ਧਰਮੀ ਹੋਣ ਦੇ ਕਰਕੇ ਅੱਜ ਅਸੀਂ ਸਾਰਾ ਪਰਿਵਾਰ ਪਰਮੇਸ਼ਰ ਦੀ ਮਹਿਮਾ ਕਰ ਰਹੇ ਹਾਂ। ਇੱਕ ਦੇ ਕਰਕੇ
ਤੇ ਉਹਨੇ ਕਿਹਾ ਤੂੰ ਬਚ ਤੇ ਤੇਰਾ ਘਰਾਣਾ ਕੀ ਹੋਵੇਗਾ। ਇਹ ਵਾਦਾ ਹੈ ਉਹਦਾ, ਉਹਨੇ ਅੱਜ ਵਾਦਾ ਪੂਰਾ ਕੀਤਾ ਸਾਡੇ ਵਿੱਚ। ਤੇ ਜੇਕਰ ਸਾਡੇ ਵਿੱਚ ਵੀ ਕੋਈ ਕਮੀਆਂ ਨੇ, ਕਮੀਆਂ ਨੂੰ ਕੱਢ ਦਈਏ। ਜੇਕਰ ਤੁਸੀਂ ਪ੍ਰਾਰਥਨਾ ਕਰਦੇ ਜੇ, ਵਿਸ਼ਵਾਸ ਕਰੋ ਤੁਹਾਡਾ ਘਰਾਣਾ ਵੀ ਇੱਕ ਦਿਨ ਇਕੱਠਾ ਹੋ ਜਾਵੇਗਾ। ਜੇਕਰ ਜੁਦਾ ਹੈ ਉਹ ਇਕੱਠਾ ਹੋ ਜਾਵੇਗਾ। ਜੇਕਰ ਕੋਈ ਵੀ ਮੁਸੀਬਤਾਂ ਨੇ ਉਹ ਮੁਸੀਬਤਾਂ ਤੋਂ ਆਜ਼ਾਦ ਹੋ ਜਾਵੇਗਾ। ਉਦੋਂ ਜਦੋਂ ਅਸੀਂ ਆਪਣੇ ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ ਕੱਢਣੀਆਂ ਕੀ ਕਰ ਦੇਵਾਂਗੇ। ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੀ ਕਰ ਦੇਵਾਂਗੇ, ਕੱਢਣੀਆਂ ਚਾਲੂ ਕਰ ਦੇਵਾਂਗੇ। ਇਹਦਾ ਬਿਨ ਸੋਚਣ ਤੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਨੂੰ ਕੀ ਕਰਦੀਆਂ, ਤਲਵਾਰਾਂ ਨੂੰ ਬਿੰਨ ਕੇ ਰੱਖ ਦਿੰਦੀਆਂ। ਤੇ ਜਿੱਥੇ ਤਲਵਾਰ ਵੱਜ ਜਾਵੇ ਤੇ ਜ਼ਖਮ ਕਦੀ ਮਿਟਦੇ ਨਹੀਂ। ਇਸ ਕਰਕੇ ਸਹੀ ਤਰੀਕੇ ਦੇ ਨਾਲ ਵਿਚਾਰਾਂ ਨੂੰ ਆਪਣਿਆਂ ਨੂੰ ਪ੍ਰਗਟ ਕਰਨਾ ਕਿਸੇ ਦੇ ਸਾਹਮਣੇ, ਤਾਂ ਜੋ ਤੁਸੀਂ ਭਲੇ ਤੇ ਚੰਗੇ ਬਣਨਾ ਹੈ। ਜਦੋਂ ਭਲੇ ਤੇ ਚੰਗੇ ਬਣੋਗੇ ਤੁਹਾਨੂੰ ਪਰਮੇਸ਼ਰ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਉਹ ਬਰਕਤਾਂ ਦੇਵੇਗਾ ਜਿਹੜੀਆਂ ਨਾ ਤਾਂ ਤੁਸੀਂ ਅੱਖਾਂ ਨਾਲ ਵੇਖੀਆਂ, ਨਾ ਤੁਹਾਡੇ ਮਨ ਵਿੱਚ ਆਈਆਂ, ਤੇ ਨਾ ਤੁਹਾਡੇ ਕੰਨਾਂ ਨੇ ਸੁਣੀਆਂ। ਉਹ ਬਰਕਤਾਂ ਕਿਹਨੂੰ ਦੇਵੇਗਾ, ਤੁਹਾਨੂੰ ਦੇਵੇਗਾ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪੜ੍ਹਦੇ ਨੇ ਹਾਂ, ਅੱਗੇ ਪੜ੍ਹਦੇ ਨੇ ਮੱਤੀ ਦੀ ਅੰਜੀਲ ਦੇ ਵਿੱਚੋਂ। ਬਹੁਤੇ ਸੌਂਦੇ ਆ ਵਿੱਚ, ਬਹੁਤੇ ਸੌਣ ਵੀ ਗਏ ਆ। ਇਹ ਸੌਣ ਵਾਲਿਆ, ਇਹ ਸੌਣ ਵਾਲਿਆ, ਸਭ ਮਿਲ ਕੇ ਬੋਲੀਏ, ਹੇ ਸੌਣ ਵਾਲਿਆ, ਇਹ ਸੌਣ ਵਾਲਿਆ, ਇਹ ਸੌਣ ਵਾਲਿਆ। ਜਾਗ ਤੇ ਮੁਰਦਿਆਂ ਚੋਂ, ਮੁਰਦਿਆਂ ਚੋਂ ਕਾਮ ਸੀ ਤੇਰੇ ਤੇ, ਕਾਮ ਸੀ ਤੇਰੇ ਤੇ। ਹਾਂ, ਪਰਮੇਸ਼ਰ ਦੀਆਂ ਬਰਕਤਾਂ ਤੈਨੂੰ ਮਿਲਣਗੀਆਂ ਜਦੋਂ ਜਾਗਦਾ ਰਹੇਗਾ। ਜੇ ਤੇ ਸੌਂ ਗਿਓ ਤੇ ਬਰਕਤ ਆਈ ਚਲੀ ਜਾਵੇਗੀ ਤੇ ਤੈਨੂੰ ਕੋਈ ਆਏ ਦਾ ਫਾਇਦਾ ਹੋਣਾ ਨਹੀਂ। ਤੈਨੂੰ ਆਏ ਦਾ ਕੋਈ ਫਾਇਦਾ ਨਹੀਂ ਹੋਣਾ। ਜਾਗ ਕੇ ਰਹਿ। ਹਾਂਜੀ ਪੜ੍ਹਦੇ ਨੇ ਆ ਕਿਹੜੀ ਹੈ ਜੀ? 36 ਪੜ੍ਹ ਦਈਏ। ਪਰ ਮੈਂ ਤੁਹਾਨੂੰ ਆਖਦਾ ਹਾਂ, ਪਰ ਇਹ ਗੱਲਾਂ ਮੈਂ ਤੁਹਾਨੂੰ ਆਖਦਾ ਪ੍ਰਭੂ ਯਿਸੂ ਮਸੀਹ ਦੇ ਮੁਖ ਦੇ ਵਾਕਿਆ, ਭਈ ਮਨੁੱਖ ਹਰੇਕ ਅਕਾਰਤ ਗੱਲ ਜੋ ਬੋਲਣ ਨਿਉ ਦੇ ਦਿਨ, ਕਹਿੰਦਾ ਹਰ ਇੱਕ ਆਕਾਰਤ ਗੱਲ ਜਿਹੜੀ ਬਿਨ ਸੋਚੇ ਤੇ ਬੋਲਣ ਦਾ ਬੋਲਦਾ ਹੈ, ਨਿਉ ਦੇ ਦਿਨ ਉਹ ਦਾ ਕਹਿੰਦਾ ਇੱਕ ਦਿਨ ਨਿਆਂ ਹੋਵੇਗਾ। ਨਿਆਂ ਦੇ ਸਮੇਂ ਮੈਂ ਉਸ ਨੂੰ ਆਖਾਂਗਾ। ਅੱਜ ਪੜ੍ਹਦੇ ਨੇ ਆ, ਨਿਉ ਦੇ ਦਿਨ ਉਸ ਦਾ ਹਿਸਾਬ ਦੇਣਗੇ। ਨਿਆਂ ਦੇ ਦਿਨ ਉਸ ਦਾ ਉਸ ਨੂੰ ਹਿਸਾਬ ਦੇਣਾ ਪਵੇਗਾ। ਇਸ ਲਈ ਜੋ ਤੂੰ ਆਪਣੀਆਂ ਗੱਲਾਂ, ਇਸ ਲਈ ਤੂੰ ਆਪਣੀਆਂ ਗੱਲਾਂ ਦੇ ਅਨੁਸਾਰ, ਉਹ ਧਰਮੀ ਆਪਣੀਆਂ ਗੱਲਾਂ ਤੋਂ, ਆਪਣੀਆਂ ਗੱਲਾਂ ਦੇ ਅਨੁਸਾਰ ਜੇ ਤੂੰ ਬੁਰੀਆਂ ਗੱਲਾਂ ਕਰਦਾ ਆ ਉਹਦੇ ਅਨੁਸਾਰ ਤੂੰ ਦੋਸ਼ੀ ਠਹਿਰੇਗਾ। ਚੰਗੀਆਂ ਗੱਲਾਂ ਕਰਦਾ ਆ ਉਹਦੇ ਅਨੁਸਾਰ ਤੂੰ ਧਰਮੀ ਬਣ। ਤੇ ਚੰਗੀਆਂ ਗੱਲਾਂ ਤੇ ਚੰਗੇ ਵਿਚਾਰ ਸਾਨੂੰ ਕੀ ਬਣਾ ਦਿੰਦੀਆਂ, ਚੰਗੇ ਵਿਚਾਰ ਤੇ ਚੰਗੀਆਂ ਗੱਲਾਂ ਸਾਨੂੰ ਕੀ ਬਣਾ ਦਿੰਦੀਆਂ, ਚੰਗੀਆਂ ਗੱਲਾਂ ਤੇ ਚੰਗੇ ਵਿਚਾਰ ਸਾਨੂੰ ਕੀ ਬਣਾ ਦਿੰਦੀਆਂ। ਇਸ ਕਰਕੇ ਧਰਮੀ ਬਣਨਾ ਚਾਹੁੰਦੇ ਜੇ, ਹਾਂਜੀ ਧਰਮੀ ਬਣਨਾ ਚਾਹੁੰਦੇ ਜੇ। ਜੇਕਰ ਤੁਸੀਂ ਧਰਮੀ ਬਣ ਗਏ, ਪ੍ਰਭੂ ਯਿਸੂ ਮਸੀਹ ਦਾ ਵਾਦਾ ਹੈ, ਉਹ ਵਾਦਾ ਬੜੇ ਧਿਆਨ ਦੇ ਕੇ ਸੁਣਿਓ। ਕਹਾਵਤਾਂ 10 ਅਧਿਆਇ ਦੀ 3 ਆਇਤ ਪੜ੍ਹ ਕੇ ਵੇਖਦੇ ਹੋ ਉਹਦਾ ਕੀ ਵਾਦਾ ਹੈ। ਉਹਦਾ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਇੱਕ ਵਾਦਾ ਕੀਤਾ ਹੈ। ਜਿਹੜੇ ਲੋਕ ਧਰਮੀ ਬਣ ਜਾਂਦੇ ਆ ਨਾ, ਉਹਨਾਂ ਦੇ ਨਾਲ ਇੱਕ ਵਾਦਾ ਹੈ। ਕਹਾਵਤਾਂ 10 ਅਧਿਆਇ ਦੀ 3 ਆਇਤ ਪੜ੍ਹਦੇ ਆ। ਵਚਨ ਕੀ ਸਮਝਾਉਣਾ ਕਰ ਰਿਹਾ ਹੈ। ਧਰਮੀ ਦੀ ਜਾਨ ਨੂੰ ਯਹੋਵਾ ਭੁੱਖਾ ਨਾ ਰਹਿਣ ਦੇਵੇਗਾ। ਸਭ ਬੋਲਾਂਗੇ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਿਹੜਾ ਇਨਸਾਨ ਧਰਮੀ ਆ, ਭਾਵੇਂ ਕੌਲ ਪੈ ਜਾਵੇ, ਮੀਂਹ ਆਉਣ ਲੱਗ ਪੈਣਾ, ਤੂਫਾਨ ਚੱਲਣ ਲੱਗ ਪੈਣਾ, ਲੋਕਡਾਊਨ ਜਿੰਨੇ ਮਰਜ਼ੀ ਲੱਗ ਜਾਣਾ, ਜਿਹੜਾ ਮੇਰਾ ਇਨਸਾਨ ਹੈ, ਜਿਹੜਾ ਧਰਮੀ ਇਨਸਾਨ ਹੈ, ਕਦੇ ਵੀ ਉਹ ਭੁੱਖਾ ਰਹੇਗਾ, ਕਦੇ ਵੀ ਉਹ ਭੁੱਖਾ ਨਾ ਰਹੇਗਾ। ਪ੍ਰਭੂ ਦਾ ਵਾਦਾ ਹੈ। ਰੋਮੀਆਂ ਦਾ 8 ਅਧਿਆਇ ਉਹਦੀ 35 ਆਇਤ ਬਿਆਨ ਕਰਦੀ ਆ। ਕਹਿੰਦਾ ਕੌਣ ਮਸੀਹ ਦੇ ਪ੍ਰੇਮ ਤੋਂ ਮੈਨੂੰ ਅੱਡ ਕਰ ਸਕਦਾ। ਕੀ ਗੱਲ ਭੁੱਖ, ਕੀ ਗੱਲ ਨੰਗ, ਕੀ ਗੱਲ ਭੁੰਦਰ, ਕੀ ਗੱਲ ਤਲਵਾਰ। ਤਲਵਾਰ ਦਾ ਪਹਿਰਾ ਭਾਵੇਂ ਬਾਹਰ ਲੱਗਾ ਹੋਵੇ, ਵਿਸ਼ਵਾਸ ਕਰਿਓ ਇਹ ਪ੍ਰਿਥਵੀ ਪਾੜ ਕੇ ਤੁਹਾਡੇ ਲਈ ਖਾਣਾ ਤਿਆਰ ਹੋ ਜਾਵੇਗਾ। ਇਹ ਪ੍ਰਿਥਵੀ ਪਾੜ ਜਾਏਗੀ, ਆਪਣੇ ਸਥਾਨ ਤੋਂ ਹਿਲ ਜਾਵੇਗੀ। ਉਦੋਂ ਜਦੋਂ ਤੁਸੀਂ ਧਰਮੀ ਬਣ ਜਾਓਗੇ, ਧਰਤੀ ਖਿਸਕ ਜਾਵੇਗੀ। ਇਹਨੂੰ ਤੁਹਾਨੂੰ ਖਾਣਾ ਦੇਣਾ ਪਵੇਗਾ, ਪਰ ਵਿਸ਼ਵਾਸ ਤੁਹਾਡਾ ਹੋਣਾ ਚਾਹੀਦਾ ਹੈ। ਤੁਸੀਂ ਧਰਮੀ ਬਣਨਾ ਹੈ ਤੇ ਚੰਗੇ ਵਿਚਾਰ ਪੈਦਾ ਕਰ ਲਈਏ। ਧਰਮੀ ਬਣਨਾ ਹੈ, ਚੰਗੇ ਬਣ ਜਾਈਏ। ਕਹਿੰਦਾ ਕੌਣ ਮੈਨੂੰ ਮਸੀਹ ਦੇ ਪ੍ਰੇਮ ਤੋਂ ਫਿਰ ਅੱਡ ਕਰੇਗਾ। ਕੀ ਗੱਲ ਭੁੱਖ, ਕਹਿੰਦਾ ਜਿੰਨੀ ਮਰਜ਼ੀ ਭੁੱਖ ਆ ਜਾਵੇ, ਭੁੱਖ ਦੇ ਵਿੱਚ ਵੀ ਰਹਿੰਦਾ ਹੈ। ਪਰਮੇਸ਼ਰ ਦਾ ਕੀ ਕਰਨਾ ਹੈ, ਪਰਮੇਸ਼ਰ ਦਾ ਕੀ ਕਰਨਾ ਹੈ, ਧੰਨਵਾਦ ਕਰਨਾ। ਕੀ ਗੱਲ, ਕਹਿੰਦਾ ਭੁੱਖ ਭੌਂਜਣ, ਜਿੰਨੀਆਂ ਮਰਜ਼ੀ ਭੜਕਣਾ ਪੈ ਜਾਣਾ, ਕਹਿੰਦਾ ਇਹੋ ਜਿਹੇ ਜਾਲ ਵੀ ਵਿੱਚ ਜਾਣ, ਨਿਕਲਣਾ ਇਨਸਾਨ ਦਾ ਮੁਸ਼ਕਲ ਹੋ ਜਾਵੇ। ਕਹਿੰਦਾ ਪ੍ਰਾਰਥਨਾ ਕਰ, ਸਾਰੇ ਇਹੋ ਜਿਹੇ ਅੰਧਕਾਰ ਦੇ ਜਾਲ ਨੂੰ ਤੋੜ। ਪਰਮੇਸ਼ਰ ਤੋੜਨ ਦੀ ਸ਼ਕਤੀ ਰੱਖਦਾ ਹੈ। ਕਹਿੰਦਾ ਕੋਈ ਭੁੱਖ, ਕਈ ਨੰਗ, ਭੌਂਜਣ, ਤਲਵਾਰ। ਤਲਵਾਰ ਵੀ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਨਹੀਂ। ਜੇਕਰ ਧਰਮੀ ਆ ਤੇ ਰੱਜ ਕੇ ਖਾਵਾਂਗੇ। ਇਹਦਾ ਸ਼ੇਰ ਦੇ ਬੱਚਿਆਂ ਨੂੰ ਭੁੱਖ ਲੱਗ ਸਕਦੀ ਆ, ਘਾਟਾ ਪੈ ਸਕਦਾ। ਮੇਰੇ ਮੰਨਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਦੀ ਥੋੜ ਆਵੇਗੀ ਨਹੀਂ। ਪਰਮੇਸ਼ਰ ਦਾ ਵਾਦਾ ਹੈ, ਚੰਗੇ ਬਣੀਏ
ਚੰਗੇ ਬਣੀਏ। ਸਮੇਂ ਬੜੇ ਭਿਆਨਕ ਆ ਰਹੇ ਆ, ਸਵਰਗ ਰਾਜ ਲਈ ਤਿਆਰ ਹੋਈਏ, ਇਹ ਸੰਸਾਰ ਦੀਆਂ ਆਫਤਾਂ ਤੋਂ ਵੀ ਬਚੀਏ। ਤੇ ਜਦੋਂ ਚੰਗੇ ਬਣ ਜਾਵਾਂਗੇ, ਇਹਨਾਂ ਆਫਤਾਂ ਤੋਂ ਵੀ ਬਚਾਂਗੇ, ਭਿਆਨਕ ਮੁਸ਼ਕਲਾਂ ਤੋਂ ਵੀ ਬਚਾਂਗੇ, ਤੇ ਸਵਰਗ ਰਾਜ ਲਈ ਕੀ ਹੋ ਜਾਵਾਂਗੇ? ਆਟੋਮੈਟਿਕਲੀ। ਜਦੋਂ ਸਾਡਾ ਵਿਚਾਰ ਹੀ ਨਹੀਂ ਬੁਰਾ, ਸਾਡਾ ਧਿਆਨ ਨਾ ਬੁਰਾ ਹੋਊਗਾ, ਤੇ ਸਾਨੂੰ ਕੋਈ ਵੀ ਮੁਸ਼ਕਲ ਆ ਸਕਦੀ ਨਹੀਂ। ਉਹਦਾ ਵਾਅਦਾ ਹੈ, ਕਹਿੰਦਾ ਧਰਮੀ ਜਾਨ ਕਦੀ ਵੀ ਭੁੱਖੀ ਰਹਿ ਸਕਦੀ ਨਹੀਂ। ਧਰਮੀ ਜਾਨ ਕਦੀ ਵੀ ਭੁੱਖੀ ਰਹਿੰਦੀ। ਇਹੋ ਜਿਹੜਾ ਸੇਮ ਟੂ ਸੇਮ ਵਚਨ ਹੈ, ਤੁਸੀਂ ਪੜ੍ਹ ਕੇ ਵੇਖਣਾ, ਪੜ੍ਹ ਕੇ ਵੇਖ ਲਿਓ ਘਰ ਜਾ ਕੇ। ਜੇ ਹੁਣ ਵੀ ਪੜ੍ਹਨਾ, ਲੂਕਾ ਦੀ ਅੰਜੀਲ ਉਹਦਾ 6 ਅਧਿਆਏ ਉਹਦੀ 45 ਅੱਖ ਪੜ੍ਹ ਕੇ ਸਮਾਪਤੀ ਵੱਲ ਚੱਲਦੇ ਹਾਂ। ਵਚਨ ਕੀ ਸਮਝਾਉਣਾ ਕਰ ਰਿਹਾ ਹੈ? ਧਰਮੀ ਬਣਨਾ ਹੈ। ਆਪਣੀ ਜਾਨ ਜਿਹੜੀ ਹੈ, ਜਿਹੜੀ ਤੁਸੀਂ ਆਪਣੀ ਕਰਦੇ ਜੇ ਨਾ, ਹੈਗੀ ਪਰਮੇਸ਼ਰ ਦੀ ਆ। ਇਹਦੇ ਨਾਲ ਪਰਮੇਸ਼ਰ ਦਾ ਕੀ ਕਰੀਏ? ਇਹਦੇ ਨਾਲ ਪਰਮੇਸ਼ਰ ਦਾ ਕੀ ਕਰੀਏ? ਜਦੋਂ ਤੁਸੀਂ ਧੰਨਵਾਦ ਕਰੋਗੇ ਤੇ ਉਹਦਾ ਵਾਅਦਾ ਹੈ, ਇਹ ਭਲੇ ਖਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢੋਗੇ, ਤੇ ਉਹਦਾ ਵਾਅਦਾ ਹੈ ਧਰਮੀ ਜਾਨ ਕਦੀ ਵੀ ਭੁੱਖੀ ਰਹੇਗੀ ਨਹੀਂ ਰਹੇਗੀ। ਹਾਂਜੀ, ਪੜ੍ਹਦੇ ਨੇ ਵਚਨ ਕੀ ਸਮਝਾਉਣਾ ਕਰ ਰਿਹਾ ਹੈ? ਲੂਕਾ ਦੀ ਇੰਜੀਲ ਉਹਦਾ 6 ਅਧਿਆਇ ਦੀ 45 ਅੱਖ ਪੜ੍ਹ ਕੇ ਸਮਾਪਤੀ ਵੱਲ ਜਾਂਦੇ ਹਾਂ। ਹਾਂਜੀ, ਪੜ੍ਹ ਦਈਏ। ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚ ਚੰਗਾ ਆਦਮੀ ਆਪਣੇ ਚੰਗੇ ਮਨ ਦੇ ਖਜ਼ਾਨੇ ਦੇ ਵਿੱਚੋਂ ਚੰਗੀ ਗੱਲ ਕੱਢਦਾ ਹੈ, ਚੰਗੀ ਗੱਲ ਕੱਢਦਾ ਹੈ, ਅਤੇ ਬੁਰਾ ਆਦਮੀ ਬੁਰੇ ਖਜ਼ਾਨੇ ਵਿੱਚੋਂ ਖਜ਼ਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ। ਬੁਰੀ ਗੱਲ ਕੱਢਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਜੋ ਅੰਦਰ ਭਰਿਆ ਹੁੰਦਾ ਹੈ, ਉਹ ਮੂੰਹ ਦੇ ਉੱਤੇ ਉਹੋ ਹੀ ਕਿੱਥੇ ਦੇ ਆਉਂਦਾ ਹੈ? ਉਹ ਕਿੱਥੇ ਆਉਂਦਾ ਹੈ? ਤੇ ਮੈਂ ਪਹਿਲਾਂ ਵੀ ਗੱਲ ਕਰਦਾ ਨਾ, ਜਦੋਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਈਏ ਤੇ ਪਰਮੇਸ਼ਰ ਵਿੱਚ ਮਗਨ ਹੋ ਕੇ ਹੱਸਦੇ ਖੇਡਦੇ ਰਿਹਾ ਕਰੀਏ, ਹੱਸਦੇ ਰਿਹਾ ਕਰੀਏ। ਜੇ ਰੋਂਦੇ ਆਵਾਂਗੇ, ਕਹਿੰਦੇ ਜਿਹੜੇ ਹੰਝੂਆਂ ਨਾਲ ਬੀਜਦੇ ਆ ਉਹ ਕਾਹਦੇ ਨਾਲ ਵੱਢਣਗੇ? ਜਿਹੜੇ ਹੰਝੂਆਂ ਨਾਲ ਬੀਜਦੇ ਉਹ ਕਾਹਦੇ ਨਾਲ ਵੱਢਣਗੇ? ਚਕਾਰਿਆਂ ਦੇ ਨਾਲ ਵੱਢਣਗੇ, ਜਿਹੜੇ ਹੰਝੂਆਂ ਨਾਲ ਬੀਜਦੇ ਆ। ਜੇ ਪੜ੍ਹ ਕੇ ਵੇਖਣਾ ਜ਼ਬੂਰਾਂ ਦੀ ਪੋਥੀ 126 ਅਧਿਆਏ ਉਹਦੀ 6 ਆਇਤ ਵਿੱਚ 5 ਆਇਤ ਵਿੱਚ ਪੜ੍ਹ ਕੇ ਵੇਖਿਓ। ਜਿਹੜੇ ਹੰਝੂਆਂ ਨਾਲ ਬੀਜਦੇ ਉਹ ਜਕਾਰਾਂ ਨਾਲ ਕੀ ਕਰਦੇ ਆ? ਵੱਢਦੇ ਆ। ਜਕਾਰਾਂ ਨਾਲ ਵੱਢਣਾ ਹੈ, ਤੇ ਪਰਮੇਸ਼ਰ ਦਾ ਧੰਨਵਾਦ ਸਹੀ ਢੰਗ ਨਾਲ ਕਰਨਾ ਪਵੇਗਾ। ਇਹ ਖਜ਼ਾਨਾ ਹੈ, ਇਹ ਪਰਮੇਸ਼ਰ ਨੇ ਤੁਹਾਨੂੰ ਖਜ਼ਾਨਾ ਦਿੱਤਾ ਹੈ। ਇਹਦੇ ਵਿੱਚ ਕੁਝ ਗੱਲਾਂ ਜਮ੍ਹਾਂ ਕਰਨੀਆਂ ਤੇ ਕੁਝ ਇਹਦੇ ਵਿੱਚੋਂ ਨਿਕਲਣੀਆਂ ਨੇ। ਪੈਸਾ ਜਮ੍ਹਾਂ ਵੀ ਕਰਾਈਦਾ ਤੇ ਕਢਾਈ ਦਾ ਵੀ ਆ। ਪੈਸਾ ਜਮ੍ਹਾਂ ਵੀ ਕਰਾਈਦਾ, ਕਢਾਈ ਦਾ ਵੀ ਆ। ਇਹਦੇ ਵਿੱਚ ਚੰਗੇ ਵਿਚਾਰ ਪ੍ਰਗਟ ਕਰਨੇ ਆ, ਚੰਗੇ ਵਿਚਾਰ ਰੱਖਣੇ ਆ, ਇਹਦੇ ਵਿੱਚ ਚੰਗੀਆਂ ਗੱਲਾਂ ਪਾਉਣੀਆਂ, ਵਚਨ ਇਹਦੇ ਵਿੱਚ ਪਾਉਣਾ ਹੈ, ਇਹਦੇ ਵਿੱਚ ਮਸੀਹ ਭਜਨ ਪਾਉਣੇ ਆ। ਜੇਕਰ ਇਹਦੇ ਅੰਦਰ ਗੰਦੇ ਭਜਨ ਪਾਈ ਗਏ, ਬੁਰੇ ਵਿਚਾਰ ਪਾਈ ਗਏ, ਇੱਕ ਦਿਨ ਉਹ ਵੀ ਬਾਹਰ ਨਿਕਲ ਜੇ ਏਟੀਐਮ ਵੱਜਾ, ਉਹ ਹੀ ਬਾਹਰ ਨਿਕਲਣਾ ਜੋ ਤੁਹਾਡੇ ਅੰਦਰ ਹੋਇਆ। ਇਸ ਕਰਕੇ ਚੰਗਾ ਵਿਚਾਰ ਤੇ ਚੰਗਾ ਧਿਆਨ ਕਰੀਏ ਤੇ ਚੰਗਾ ਸੁਭਾਅ ਬਣਾਈਏ। ਕਹਿੰਦਾ ਜੋ ਮਨ ਵਿੱਚ ਹੁੰਦਾ ਹੈ ਸੋ ਹੀ ਮੁਖ ਤੇ ਆ ਜਾਂਦਾ ਹੈ। ਮਨ ਦੀਆਂ ਗੱਲਾਂ ਚਿਹਰੇ ਤੇ ਆ ਜਾਂਦੀਆਂ ਨੇ। ਇਹ ਟੌਪਿਕ ਹੋਰ ਵੀ ਹੈਗਾ, 2 ਨੰਬਰ ਟੌਪਿਕ ਵੀ ਹੋ ਸਕਦਾ ਹੈ, ਪਰ ਉਹਦੇ ਕੁਝ ਲੰਮਾ ਵਿਚਾਰ ਚਲੇ ਜਾਵੇਗਾ। ਇਸ ਕਰਕੇ ਜਿਹੜਾ ਇਨਸਾਨ ਚੰਗਾ ਬਣਨਾ ਚਾਹੁੰਦਾ ਹੈ, ਉਹਨੂੰ ਆਪਣੇ ਹਿਰਦੇ ਵਿੱਚ ਕੀ ਰੱਖਣਾ ਪਵੇਗਾ? ਪਰਮੇਸ਼ਰ ਦਾ ਕੀ ਰੱਖਣਾ ਪਵੇਗਾ? ਸਭ ਮਿਲ ਕੇ ਬੋਲੀਏ, ਪਰਮੇਸ਼ਰ ਦਾ ਕੀ ਰੱਖਣਾ ਪਵੇਗਾ? ਤੇ ਜਿਹਦੇ ਹਿਰਦੇ ਵਿੱਚ ਵਚਨ ਤੇ ਚੰਗੀਆਂ ਭਾਵਨਾ ਹੋਣਗੀਆਂ, ਜਿਹਦੇ ਹਿਰਦੇ ਵਿੱਚ ਚੰਗੇ ਵਿਚਾਰ ਤੇ ਚੰਗੇ ਕੰਮ ਹੋਣਗੇ, ਪਰਮੇਸ਼ਰ ਦਾ ਵਾਅਦਾ ਹੈ ਧਰਮੀ ਜਾਨ ਕਦੀ ਵੀ ਭੁੱਖੀ ਰਹੇਗੀ ਨਹੀਂ। ਕਹਿੰਦਾ ਭੁੱਖਿਆ ਨਹੀਂ ਰਹਿਣ ਦੇਵਾਂਗਾ, ਕਹਿੰਦਾ ਕਦੀ ਵੀ ਭੁੱਖਿਆ ਨਹੀਂ ਰਹਿਣ ਦੇਵਾਂਗਾ। ਏਲੀਆ ਜੇਕਰ ਧਰਮੀ ਸੀ ਤੇ ਉਹ ਕਾਂ ਜਿਹੜਾ ਗੰਦ ਬੋਲਦਾ ਸੀ, ਉਹ ਉਹਦੇ ਲਈ ਕੀ ਲੈ ਆਇਆ ਸੀ? ਰੋਟੀ। ਉਹ ਰੋਟੀ ਲੈ ਕੇ ਆਇਆ ਸੀ। ਤੇ ਪਰਮੇਸ਼ਰ ਇਹੋ ਜਿਹੇ ਬੰਦਿਆਂ ਨੂੰ, ਮੈਂ ਪਹਿਲਾਂ ਵੀ ਇੱਕ ਵਾਰੀ ਵਚਨ ਦੱਸਿਆ ਸੀ, ਉਹਦੇ ਵਚਨ ਦੇ ਵਿੱਚ ਤੁਸੀਂ ਪੜ੍ਹਿਆ ਵੀ ਸੀ ਭਾਈ, ਜੇਕਰ ਤੁਸੀਂ ਮਹਿਮਾ ਕਰਨੀ ਛੱਡ ਦੇਵੋਗੇ, ਇੱਕ ਦਿਨ ਪੱਥਰ ਵੀ ਬੋਲ ਪੈਣਗੇ। ਪੱਥਰਾਂ ਤੋਂ ਵੀ ਕੰਮ ਲੈ ਸਕਦਾ ਹੈ, ਪਰ ਤੁਹਾਨੂੰ ਨੇ ਆਪਣੇ ਸਰੂਪ ਤੇ ਬਣਾਇਆ ਹੈ। ਉਹ ਚਾਹੁੰਦਾ ਮੇਰੇ ਬਣਾਏ ਹੋਏ ਇਨਸਾਨ ਮੇਰੀ ਕੀ ਕਰਨਾ? ਮਹਿਮਾ ਕਰਨ ਦੇ ਲਈ ਤੁਹਾਨੂੰ ਨੇ ਬਣਾਇਆ ਹੈ। ਇਸ ਕਰਕੇ ਮਨ ਦੇ ਵਿਚਾਰ ਚੰਗੇ ਕਰ ਲਈਏ, ਧਿਆਨ ਚੰਗਾ ਕਰ ਲਈਏ। ਜਦ ਵੀ ਕਿਸੇ ਦੇ ਘਰ ਵਿੱਚ ਜਾਈਏ, ਸੋਚ ਵਿਚਾਰ ਕੇ ਅਗਲੇ ਦੇ ਘਰ ਵਿੱਚ ਕਦਮ ਰੱਖੀਏ। ਤੇ ਜਦੋਂ ਰੱਖਦੇ ਜੇ, ਮੱਤੀ ਦੀ ਅੰਜੀਲ 10 ਅਧਿਆਇ ਵਿੱਚ ਬਿਆਨ ਹੈ, ਜਦ ਵੀ ਤੁਸੀਂ ਕਿਸੇ ਦੇ ਘਰ ਵਿੱਚ ਜਾਓ, ਉਸ ਘਰ ਲਈ ਕੀ ਮੰਗੋ? ਸੁਖ ਸਲਾਮ। ਉਸ ਘਰ ਲਈ ਕੀ ਮੰਗੋ? ਸੁਖ ਸਲਾਮਤੀ। ਉਸ ਘਰ ਲਈ ਕੀ ਮੰਗੋ? ਸੁਖ ਸਲਾਮਤੀ। ਇਹ ਨਹੀਂ ਸੋਚਣਾ ਕੋਈ ਗੈਰ ਜਾਤੀ ਦਾ ਆ, ਉਹ ਇਹ ਨਹੀਂ ਸੋਚਣਾ ਉਹ ਮੰਨਦਾ ਜਾਂ ਨਹੀਂ ਮੰਨਦਾ। ਜਿਹਦੇ ਘਰ ਵਿੱਚ ਤੁਸੀਂ ਜਾ ਕੇ ਚਲੇ ਗਏ ਤੇ ਪਾਣੀ ਦਾ ਗਲਾਸ ਉਹਨੇ ਤੁਹਾਨੂੰ ਫੜਾਤਾ, ਉਦੋਂ ਵੀ ਤੁਸੀਂ ਆਪਣੇ ਮਨ ਵਿੱਚ ਪ੍ਰਾਰਥਨਾ ਕਰੋ, ਪ੍ਰਭੂ ਤੇਰਾ ਵਾਅਦਾ ਹੈ, ਤੂੰ ਕਿਹਾ ਹੈ ਜਿਸ ਘਰ ਵਿੱਚ ਜਾਓਗੇ ਉਸ ਘਰ ਨੂੰ ਕੀ ਮਿਲੇ? ਜੇਕਰ ਉਹ ਲਾਇਕ ਹੋਵੇਗਾ ਤੇ ਉਸ ਘਰ ਵਿੱਚ ਸ਼ਾਂਤੀ ਬਣੀ ਨਾ ਹੋਵੇਗਾ, ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ। ਤਾਂ ਇਹ ਚੁੱਪ ਹੈ, ਇਹ ਚੁੱਪ ਹੈ। ਜਦੋਂ ਤੁਸੀਂ ਪ੍ਰਾਰਥਨਾ ਕਰੋਗੇ, ਜੇਕਰ ਅੱਗੇ ਚੰਗੀ ਚੀਜ਼ ਹੋਈ ਉਹਨੂੰ ਲੱਗ ਜਾਏਗੀ, ਜੇਕਰ ਮਾੜੀ ਹੋਈ ਤੇ ਚੁੰਮਕ ਉਸ ਨੂੰ ਲੱਗੇਗੀ ਨਹੀਂ।
ਜਿੱਥੇ ਵੀ ਜਾਓ ਤੇ ਅਗਲੇ ਦੇ ਘਰ ਚੰਗੇ ਵਿਚਾਰ ਦੇ ਨਾਲ ਕਦਮ ਰੱਖੋ। ਤੇ ਔਰ ਜਦੋਂ ਤੁਸੀਂ ਚੰਗੇ ਵਿਚਾਰ ਦੇ ਨਾਲ ਕਦਮ ਰੱਖੋਗੇ, ਤੁਸੀਂ ਘਰੋਂ ਪ੍ਰਾਰਥਨਾ ਕਰਕੇ ਜਾਓਗੇ, ਅਗਲੇ ਦਾ ਵੀ ਮਨ ਕੀ ਹੋ ਜਾਏਗਾ, ਬਦਲ ਜਾਵੇਗਾ। ਜੇਕਰ ਤੁਸੀਂ ਬੁਰੀ ਭਾਵਨਾ ਦੇ ਨਾਲ ਕਿਸੇ ਵੱਲ ਜਾਓਗੇ ਤੇ ਤੁਹਾਡਾ ਮਨ ਵੀ ਖਰਾਬ ਹੋ ਜਾਵੇਗਾ ਤੇ ਪਰਮੇਸ਼ਰ ਤੁਹਾਡੇ ਤੋਂ ਘਿਣ ਕਰੇਗਾ। ਇਸ ਕਰਕੇ ਪਰਮੇਸ਼ਰ ਨੂੰ ਕ੍ਰੋਧਵਾਨ ਨਾ ਬਣਾਈਏ, ਚੰਗੇ ਵਿਚਾਰ ਪ੍ਰਗਟ ਕਰੀਏ, ਚੰਗੇ ਧਿਆਨ ਕਰੀਏ। ਚੰਗਾ ਤੇ ਉਹ ਇਨਸਾਨ ਹੈ, ਕਹਿੰਦਾ ਭਲਾ ਮਨੁੱਖ ਆਪਣੇ ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ ਭਲਾ ਮਨੁੱਖ ਆਪਣੇ ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ ਇਹਨਾਂ ਭੈਣਾਂ ਵੀ ਬੋਲਣ ਜਿਹੜਾ ਭਲਾ ਇਨਸਾਨ ਹੈ ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ ਭਲਾ ਮਨੁੱਖ ਭਲੇ ਖਜ਼ਾਨੇ ਵਿੱਚੋਂ ਭਲੀਆਂ ਹੀ ਗੱਲਾਂ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਹੀ ਗੱਲਾਂ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਹੀ ਗੱਲਾਂ ਕੱਢਦਾ ਹੈ। ਜੋ ਅੰਦਰ ਹੈ ਸੋ ਕਿੱਥੇ ਆ ਜਾਂਦਾ ਹੈ, ਜੋ ਅੰਦਰ ਹੈ ਸੋ ਕਿੱਥੇ ਆ ਜਾਂਦਾ ਹੈ, ਬਾਹਰ ਆ ਜਾਂਦਾ ਹੈ। ਇਸ ਕਰਕੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਬਹੁਤੇ ਲੋਕ ਕਹਿੰਦੇ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂ ਆ। ਮਾਫ ਕਰਨਾ, ਕ੍ਰੋਧ ਕਰਕੇ ਕਿਤੇ ਗਲੀ ਵਿੱਚ ਲੰਘ ਜਾਇਓ ਤੇ ਤੁਹਾਡੇ ਮੱਥੇ ਦੀਆਂ ਝੂੜੀਆਂ ਹੀ ਦੱਸੀ ਜਾਣਗੇ। ਦੱਸਿਓ ਭਾਵੇਂ ਨਾ ਹੀ, ਮੱਥੇ ਦੀਆਂ ਝੂੜੀਆਂ ਹੀ ਦੱਸੀ ਜਾਣਗੀਆਂ। ਕੀ ਗੱਲ ਆ, ਕਿਤੇ ਘਰੋਂ ਲੜ ਕੇ ਤੇ ਨਹੀਂ ਆਇਆ? ਕੀ ਗੱਲ ਹੈ, ਬੜਾ ਦਾਸ ਜਾਂ ਹਜੇ ਕਿ ਕਿਸੇ ਨੂੰ ਦੱਸਿਆ ਨਹੀਂ ਤੇ ਨਾਲ ਲਿਖ ਕੇ ਮੱਥੇ ਤੇ ਲਾਇਆ। ਉਹ ਤੁਹਾਡੇ ਅੰਦਰਲੇ ਵਿਚਾਰ ਮੱਥੇ ਤੇ ਪ੍ਰਗਟ ਹੋ ਜਾਂਦੇ ਆ। ਇਸ ਕਰਕੇ ਜੇਕਰ ਤੁਹਾਡੇ ਘਰ ਦੇ ਵਿਚਾਰ ਨੇ ਨਾ, ਇਸ ਘਰ ਦੇ ਵਿਚਾਰ ਬੁਰੇ ਆ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ, ਉਹ ਪਹਿਲਾਂ ਹੀ ਬਾਹਰ ਹੀ ਪ੍ਰਗਟ ਹੋ ਜਾਣੇ ਆ। ਜੇਕਰ ਤੁਹਾਡੀ ਚਾਲ ਢਾਲ ਗਲਤ ਹੋਈ ਨਾ ਤੇ ਬਹੁਤਿਆਂ ਨੇ ਕਹਿ ਦੇਣਾ ਇਹਦੀ ਤੋਰ ਵੱਲ ਵੇਖ, ਇਹਦੀ ਤੋਰ ਕੀ ਹੈ, ਵਿਗੜੀ ਪਈ ਆ। ਇਸ ਕਰਕੇ ਪਰਮੇਸ਼ਰ ਨੇ ਕਹਿਤਾ ਹਜੇ ਹੀ ਇੱਕ ਅਧਿਆਇ ਦੇ ਵਿੱਚ ਆਪਣੇ ਚਾਲੇ ਤੇ ਕੀ ਕਰ, ਆਪਣੇ ਚਾਲੇ ਤੇ ਕੀ ਕਰ, ਆਪਣੇ ਚਾਲੇ ਤੇ ਕੀ ਕਰ। ਇਹਨਾਂ ਦੀ ਚਾਲ ਵਿਗੜ ਗਈ ਆ, ਉਹਨਾਂ ਨੂੰ ਸਿੱਧੀ ਕਰ ਲੈਣੀ। ਜੇਕਰ ਰੋਡਵੇ ਦੀ ਬੱਸ ਨੂੰ ਇਸ ਤਰ੍ਹਾਂ ਕਰੀ ਫਿਰਾਂਗੇ ਤੇ ਕਿਸੇ ਦੇ ਵਿੱਚ ਵੱਜ, ਕਿਸੇ ਦਾ ਨੁਕਸਾਨ ਘਟਿਆ ਤੇ ਆਪਣਾ ਜ਼ਿਆਦਾ ਹੋ ਜਾਵੇਗਾ। ਇਸ ਕਰਕੇ ਸਹੀ ਵਿਚਾਰ ਕਰੀਏ। ਤੁਸੀਂ ਪਰਮੇਸ਼ਰ ਦੇ ਰੂਪ ਜੇ ਔਰ ਤੁਸੀਂ ਜਾਣਦੇ ਜੇ, ਆਪਣੇ ਆਪ ਨੂੰ ਖੁਦ ਜਾਣਦੇ ਜੇ ਵੀ ਮੇਰੇ ਕਿਹੋ ਜਿਹੇ ਵਿਚਾਰ ਆ। ਭੈਣ ਵੀ ਆਪਣੇ ਆਪ ਨੂੰ ਜਾਣਦੀ ਹੈ, ਮੇਰੇ ਕਿਹੋ ਜਿਹੇ ਵਿਚਾਰ ਮੈਂ ਚਰਚ ਲੈ ਕੇ ਚੱਲੀ ਆ। ਤੇ ਵੀਰ ਨੂੰ ਵੀ ਖੁਦ ਪਤਾ ਮੈਂ ਕਿਹੋ ਜਿਹੇ ਵਿਚਾਰ ਲੈ ਕੇ ਚਰਚ ਵਿੱਚ ਚੱਲਾਂ ਤੋਂ ਕੀ ਲੈ ਕੇ ਆਵਾਂਗਾ। ਕਿਉਂਕਿ ਵਚਨ ਦੱਸਦਾ ਗੁਰੂਸਰਾ ਸਾਹਿਬ 28 ਅਧਿਆਇ 1 ਹੈਡਿੰਗ ਦੇ ਉੱਤੇ ਲਿਖਿਆ ਹੈ, ਮੰਨਣ ਦੇ ਨਾਲ ਕੀ ਮਿਲੇਗੀ, ਬੇਮੁਖ ਹੋਣਾ ਕੀ ਮਿਲੇਗਾ, ਬੇਮੁਖ ਹੋਣਾ ਕੀ ਮਿਲੇਗਾ। ਤੇ ਆਪਾਂ ਕੀ ਲੈਣੀ ਆ, ਕੀ ਲੈਣੀ ਆ, ਬਰਕਤ। ਤੇ ਇਹ ਆ ਆਪਾਂ ਇਹਦੇ ਹੁਕਮਾਂ ਵਿਧੀਆਂ ਤੇ ਨਿਯਮਾਂ ਦੀ ਕੀ ਕਰੀਏ, ਆਪਾਂ ਇਹਦੇ ਹੁਕਮਾਂ ਵਿਧੀਆਂ ਤੇ ਨਿਯਮਾਂ ਦੀ ਕੀ ਕਰੀਏ, ਪਾਲਣਾ ਕਰੀਏ। ਜਦ ਵੀ ਕਿਸੇ ਦੇ ਘਰ ਵਿੱਚ ਜਾਓ ਤੇ ਪੈਰ ਕਿਸ ਤਰ੍ਹਾਂ ਧਰਨਾ, ਚੌਕਸੀ ਨਾ। ਉਪਦੇਸ਼ਕ 5 ਅਧਿਆਇ 1 ਐਤ ਬਿਆਨ ਕਰਦੀ, ਜਦ ਵੀ ਤੂੰ ਪਰਮੇਸ਼ਰ ਦੇ ਘਰ ਵਿੱਚ ਜਾਵੇਂ ਤੇ ਪੈਰ ਕਿਸ ਤਰ੍ਹਾਂ ਧਰ, ਪੈਰ ਚੌਕਸੀ ਨਾ ਧਰ, ਪੈਰ ਚੌਕਸੀ ਨਾ ਧਰਨਾ। ਤੁਸੀਂ ਜਿੱਧਰ ਵੀ ਜਾਓ ਉੱਥੇ ਪੈਰ ਚੌਕਸੀ ਨਾ ਧਰੋ। ਦੇਖੋ, ਵਿਚਾਰੋ ਤੇ ਫਿਰ ਅਗਲੇ ਨਾਲ ਗੱਲ ਕਰੋ। ਜੇਕਰ ਤੁਹਾਨੂੰ ਚੰਗਾ ਲੱਗਦਾ ਗੱਲ ਕਰਨੀ ਨਹੀਂ ਆ ਤਾਂ ਤੁਸੀਂ ਨਾ ਕਰੋ, ਪਰ ਬਿਨ ਸੋਚਣ ਤੇ ਬੋਲਣ ਵਾਲੇ ਦੀਆਂ ਗੱਲਾਂ ਪਰਿਵਾਰ ਨੂੰ ਕਰ ਦਿੰਦੀਆਂ ਵਿੰਨਦੀਆਂ। ਇਸ ਕਰਕੇ ਚੰਗੇ ਵਿਚਾਰ, ਚੰਗੀਆਂ ਭਾਵਨਾਵਾਂ ਤੁਹਾਡੀਆਂ ਹੋਣੀਆਂ ਚਾਹੀਦੀਆਂ। ਜਦੋਂ ਚੰਗੇ ਵਿਚਾਰ ਤੇ ਚੰਗੀਆਂ ਤੁਹਾਡੀਆਂ ਭਾਵਨਾਵਾਂ ਹੋਣਗੀਆਂ ਤੇ ਪਰਮੇਸ਼ਰ ਨੇ ਵਾਅਦਾ ਕੀਤਾ ਧਰਮੀ ਜਾਨ ਕਦੀ ਵੀ ਭੁੱਖੀ ਰਹੇਗੀ ਨਹੀਂ, ਕਦੀ ਵੀ ਭੁੱਖੀ ਨਹੀਂ ਰਹੇਗੀ। ਇਸ ਕਰਕੇ ਵਚਨਾਂ ਤੇ ਤੁਸੀਂ ਗੌਰ ਕਰਨਾ, ਧਿਆਨ ਕਰਨਾ ਹੈ। ਵਚਨ ਨੂੰ ਆਪਣੇ ਹਿਰਦੇ ਵਿੱਚ ਰੱਖਣਾ। ਜਿਹਦੇ ਹਿਰਦੇ ਵਿੱਚ ਵਚਨ ਹੋਵੇਗਾ ਕਦੀ ਵੀ ਪਾਪ ਕਰੇਗਾ ਨਹੀਂ, ਕਦੇ ਵੀ ਪਾਪ ਨਹੀਂ ਕਰੇਗਾ। ਮਾਫ ਕਰਨਾ, ਯਾਕੂਬ ਦੀ ਪੱਤਰੀ 3 ਅਧਿਆਇ ਵਿੱਚ ਬਿਆਨ ਹੈ, ਉਹਦੀ 2 ਆਇਤ ਪੜ੍ਹ ਕੇ ਵੇਖਿਓ। ਜਿਹਦੇ ਇਹ ਅੰਦਰ ਵਚਨ ਹੈ ਉਹ ਸਾਰੇ ਸਰੀਰ ਨੂੰ ਵੀ ਲਗਾਮ ਦੇਵੇਗਾ। ਘੋੜੇ ਦੇ ਮੂੰਹ ਦੇ ਵਿੱਚ ਲਗਾਮ ਹੁੰਦੀ ਆ, ਉਹਦੇ ਉੱਤੇ ਜਿਹੜਾ ਉਹਨੂੰ ਚਲਾ ਰਿਹਾ ਹੈ ਉਹ ਖਿੱਚਦਾ ਹੈ ਤੇ ਉਸੇ ਟਾਈਮ ਉਸੇ ਕੰਟਰੋਲ ਹੋ ਜਾਂਦਾ। ਜਦੋਂ ਤੁਹਾਡੇ ਵਿੱਚ ਵਚਨ ਹੋਵੇਗਾ ਉਸੇ ਟਾਈਮ ਸਾਰੇ ਸਰੀਰ ਨੂੰ ਕੀ ਮਿਲ ਜਾਵੇਗਾ, ਕੰਟਰੋਲ, ਸੰਜਮ। ਗਲਾਤੀਆਂ 5 ਅਧਿਆਇ ਵਿੱਚ ਦੱਸਿਆ ਸੰਜਮ। ਸੰਜਮ ਦਾ ਮਤਲਬ ਆਪਣੇ ਆਪ ਤੇ ਕੰਟਰੋਲ ਕਰਨਾ। ਜਦ ਵੀ ਕਿਸੇ ਦੇ ਘਰ ਵਿੱਚ ਜਾਈਏ ਆਪਣੇ ਆਪ ਤੇ ਕੰਟਰੋਲ ਕਰਕੇ ਫਿਰ ਕਿਸੇ ਘਰ ਵਿੱਚ ਵੜਨਾ ਤੇ ਉਸ ਘਰ ਲਈ ਕੀ ਮੰਗਣੀ ਆ, ਸੁੱਖ ਸ਼ਾਂਤੀ ਮੰਗਣੀ। ਜਦੋਂ ਤੁਸੀਂ ਕਿਸੇ ਲਈ ਸੁੱਖ ਸ਼ਾਂਤੀ ਮੰਗੋਗੇ ਪਰਮੇਸ਼ਰ ਦਾ ਵਾਅਦਾ ਹੈ ਉਹਦੇ ਬੰਦ ਨਸੀਬ ਕੀ ਹੋ ਜਾਣਗੇ, ਉਹਦੇ ਬੰਦ ਨਸੀਬ ਫਿਰ ਖੁੱਲਣੇ। ਜੇਕਰ ਤੁਹਾਡੇ ਬੰਦ ਨਸੀਬ ਹੈ ਨਾ, ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਸ਼ਰਾਪ ਬਣਿਆ ਪਿਆ ਤੇ ਕਿਸੇ ਦੇ ਘਰ ਵਿੱਚ ਜਾਂਦੇ ਜੇ ਤੇ ਪੈਰ ਜਿਹੜੇ ਚੌਕਸੀ ਦੇ ਨਾਲ ਕਰੋ ਤੇ ਪ੍ਰਭੂ ਦਾ ਵਾਅਦਾ ਅਯੂਬ 42 ਅਧਿਆਇ 10 ਹੈ, ਜਦ ਵੀ ਤੁਸੀਂ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਤੁਹਾਡੇ ਨਸੀਬ ਕੀ ਹੋ ਜਾਂਦੇ ਆ, ਉਦੋਂ ਨਸੀਬ ਖੁੱਲ੍ਹਦੇ ਆ ਜਦੋਂ ਸਾਡੇ ਵਿਚਾਰ ਚੰਗੇ ਹੁੰਦੇ ਆ। ਇਸ ਕਰਕੇ ਵਿਚਾਰ ਚੰਗੇ, ਭਾਵਨਾਵਾਂ ਸਾਡੀਆਂ ਚੰਗੀਆਂ ਹੋਣੀਆਂ ਚਾਹੀਦੀਆਂ। ਇਹ ਪਰਮੇਸ਼ਰ ਦਾ ਪਾਕ ਔਰ ਪਵਿੱਤਰ ਕਲਾਮ ਹੈ। ਬੜੇ ਸੁਣੇ ਜਾਣੇ ਵਾਲਿਆਂ ਨੂੰ ਪਰਮੇਸ਼ਰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ। ਆਮੀਨ। ਆਮੀਨ। ਔਰ ਸਭਨਾਂ ਨੇ ਮਿਲ ਕੇ ਜਕਾਰੇ ਬੋਲਣੇ ਆ। ਸਭ ਬੋਲਾਂਗੇ ਹਾਲੇ